ਸਾਂਝਵਾਸ ਰੇਡੀਓ ਤੋਂ ਸ਼ਮਾ ਪੰਗੂ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹਾਂ, ਸਿਹਤ ਸੰਬੰਧੀ ਸਲਾਹ। ਇਸ ਪ੍ਰੋਗਰਾਮ ਦਾ ਅੱਜ ਦਾ ਜਿਹੜਾ ਸਾਡਾ ਟੌਪਿਕ ਆ ਉਹ ਹੈਗਾ ਕਿ ਭੂਤਾਂ ਪ੍ਰੇਤਾਂ ਦਾ ਇਲਾਜ ਕਿਸ ਤਰ੍ਹਾਂ, ਯਾਨੀ ਕਿ ਭੂਤਾਂ ਪ੍ਰੇਤਾਂ ਦਾ ਇਲਾਜ ਨਹੀਂ, ਭੂਤਾਂ ਪ੍ਰੇਤਾਂ ਤੋਂ ਇਲਾਜ ਜਿਹੜਾ ਉਹ ਕਿਸ ਤਰ੍ਹਾਂ ਕੀਤਾ ਜਾ ਸਕਦਾ। ਭੂਤਾਂ ਪ੍ਰੇਤਾਂ ਦੀ ਜਦੋਂ ਗੱਲ ਕਰਦੇ ਹਾਂ ਤੇ ਇਹ ਸਿਰਫ ਤੇ ਸਿਰਫ ਭਾਰਤ ਵਿੱਚ ਹੀ ਨਹੀਂ ਜਾਂ ਜਿਹੜੇ ਸਾਊਥ ਏਸ਼ੀਅਨ ਕੰਟਰੀਜ਼ ਨੇ ਉਹਨਾਂ ਵਿੱਚ ਹੀ ਇਹਨਾਂ ਦੀ ਗੱਲ ਨਹੀਂ ਕੀਤੀ ਜਾਂਦੀ, ਬਲਕਿ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਇਸ ਦੀ ਸ਼ੁਰੂਆਤ ਜਿਹੜੀ ਹੋਈ ਆ ਉਹ ਵੈਸਟਰਨ ਕੰਟਰੀਜ਼ ਤੋਂ ਹੋਈ ਆ ਤੇ ਹੋਈ ਵੀ ਜਿਹੜੀ ਆ ਉਹ ਈਸਾਈ ਧਰਮ ਤੋਂ ਆ। ਅੱਜ ਵੀ ਪੱਛਮੀ ਦੇਸ਼ਾਂ ਦੇ ਵਿੱਚ ਹੈਲੋਵੀਨ ਡੇ ਜਿਹੜਾ ਉਹ ਮਨਾਇਆ ਜਾਂਦਾ ਔਰ ਉਸ ਦਿਨ ਬਹੁਤ ਵੱਖਰੇ ਵੱਖਰੇ ਕਿਸਮ ਦੇ ਜਿਹੜੇ ਕਾਸਟਿਊਮਸ ਆ ਉਹ ਪਾ ਕੇ ਬੱਚੇ ਘਰਾਂ ਵਿੱਚ ਜਾਂਦੇ ਆ ਤੇ ਟ੍ਰਿਕ ਔਰ ਟ੍ਰੀਟ ਜਿਹੜਾ ਆ ਉਹ ਕਰਦੇ ਨੇ। ਟ੍ਰਿਕ ਔਰ ਟ੍ਰੀਟ ਦਾ ਮਤਲਬ ਕਿ ਉਹ ਲੌਲੀਜ਼ ਇਕੱਠੀਆਂ ਕਰਦੇ ਨੇ, ਕੈਂਡੀਜ਼ ਇਕੱਠੀਆਂ ਕਰਦੇ ਨੇ, ਸਵੀਟਸ ਮੰਗਦੇ ਨੇ ਜਿਸ ਘਰ ਵਿੱਚ ਵੀ ਜਾਂਦੇ ਨੇ ਤੇ ਜਿਸ ਘਰ ਉਹਨਾਂ ਨੂੰ ਸਵੀਟਸ ਵਗੈਰਾ ਨਹੀਂ ਮਿਲਦੀਆਂ ਉਹਦੇ ਨਾਲ ਉਹ ਕੋਈ ਨਾ ਕੋਈ ਟ੍ਰਿਕ ਜਿਹੜਾ ਉਹ ਖੇਡਦੇ ਨੇ। ਇਹ ਬਹੁਤ ਇੱਕ ਲੰਬੀ ਕਹਾਣੀ ਹੈ ਕਿ ਭੂਤਾਂ ਪ੍ਰੇਤਾਂ ਦੇ ਅਸਲ ਵਿੱਚ ਸ਼ੁਰੂਆਤ ਕਿਸ ਤਰ੍ਹਾਂ ਹੋਈ, ਕਿਉਂ ਹੋਈ, ਕਿਸ ਤਰ੍ਹਾਂ ਇਹ ਵਧੀ ਔਰ ਕਿਸ ਤਰ੍ਹਾਂ ਫਿਰ ਇਹਨਾਂ ਦਾ ਜਿਸ ਤਰ੍ਹਾਂ ਈਸਾਈ ਧਰਮ ਦੇ ਵਿੱਚ ਵੀ ਆਪਸ ਵਿੱਚ ਵਿਵਾਦ ਹੋ ਗਿਆ ਕਿ ਇੱਕ ਜਿਹੜਾ ਪੱਖ ਸੀ, ਇੱਕ ਜਿਹੜਾ ਗਰੁੱਪ ਸੀ ਉਹ ਭੂਤਾਂ ਪ੍ਰੇਤਾਂ ਦੇ ਵਿੱਚ ਵਿਸ਼ਵਾਸ ਰੱਖਦਾ ਸੀ ਤੇ ਦੂਸਰਾ ਜਿਹੜਾ ਉਹ ਇਸ ਦਾ ਵਿਰੋਧ ਕਰਦਾ ਸੀਗਾ। ਸੋ ਉੱਥੋਂ ਕੈਥੋਲਿਕ ਤੇ ਪ੍ਰੋਟੈਸਟੈਂਟਸ ਜਿਹੜੇ ਆ ਇਹ ਦੋ ਗਰੁੱਪ ਈਸਾਈ ਧਰਮ ਦੇ ਵਿੱਚ ਪੈਦਾ ਹੋਏ। ਭਾਰਤ ਦੇ ਵਿੱਚ ਅੱਜ ਵੀ ਜਿਹੜਾ ਇਹਦੇ ਵਿੱਚ ਵਿਸ਼ਵਾਸ ਕੀਤਾ ਜਾਂਦਾ ਹੈ ਔਰ ਇਹਦੇ ਨਾਲ ਕਈ ਲੋਕ ਜਿਹੜੇ ਆ ਉਹ ਬਹੁਤ ਜ਼ਿਆਦਾ ਬਿਮਾਰ ਵੀ ਹੋ ਜਾਂਦੇ ਨੇ। ਇਸੇ ਕਰਕੇ ਅੱਜ ਅਸੀਂ ਆਪਣੇ ਸਟੂਡੀਓ ਦੇ ਵਿੱਚ ਜਿਹੜੇ ਦੋ ਡਾਕਟਰਸ ਬੁਲਾਏ ਨੇ ਤਾਂ ਕਿ ਉਹ ਦੱਸਣ ਕਿ ਕਿਸ ਤਰ੍ਹਾਂ ਜਿਸ ਤਰ੍ਹਾਂ ਦੂਸਰੀਆਂ ਬਿਮਾਰੀਆਂ ਤੋਂ ਇਲਾਜ ਕਰਵਾਇਆ ਜਾਂਦਾ ਹੈ ਇਸ ਤਰ੍ਹਾਂ ਇਹ ਜਿਹੜੇ ਮੈਂ ਤੇ ਇਹੋ ਕਹੂੰਗੀ ਕਿ ਇੱਕ ਦਿਮਾਗੀ ਬਿਮਾਰੀ ਹੈ, ਬਟ ਉਹ ਸਾਨੂੰ ਦੱਸਣਗੇ ਕਿ ਕੀ ਇਹ ਦਿਮਾਗੀ ਬਿਮਾਰੀ ਹੈ ਜਾਂ ਕਿ ਭੂਤ ਪ੍ਰੇਤ ਹੁੰਦੇ ਨੇ। ਤੇ ਸਭ ਤੋਂ ਪਹਿਲਾਂ ਮੈਂ ਇਨਵਾਈਟ ਕਰਦੀ ਹਾਂ ਡਾਕਟਰ ਇੰਦਰਜੀਤ ਕੰਵਲ ਜੀ ਨੂੰ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ। ਸ਼ੁਕਰੀਆ ਜੀ। ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ। ਤੇ ਡਾਕਟਰ ਪਰਮਜੀਤ ਧੰਜੂ ਜੀ। ਹਾਂਜੀ ਸ਼ੁਕਰੀਆ ਜੀ, ਸਵਾਗਤ ਕਮਲ ਜੀ, ਸ਼ੁਕਰੀਆ ਤੁਹਾਡਾ। ਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਆ, ਮੈਂ ਪਹਿਲਾਂ ਕਹਿਤਾ ਸੀ ਕਿ ਭੂਤਾਂ ਪ੍ਰੇਤਾਂ ਦਾ ਇਲਾਜ, ਅਸਲ ਵਿੱਚ ਭੂਤਾਂ ਪ੍ਰੇਤਾਂ ਦਾ ਇਲਾਜ ਨਹੀਂ, ਭੂਤਾਂ ਪ੍ਰੇਤਾਂ ਤੋਂ ਇਲਾਜ ਜਿਹੜਾ ਹੈ ਉਹ ਕਿਸ ਤਰ੍ਹਾਂ ਕਰਨਾ ਹੈ ਅਸੀਂ ਉਹਦੇ ਬਾਰੇ ਤੁਸੀਂ ਸਾਨੂੰ ਪਹਿਲਾਂ ਦੱਸੋ ਕਿ ਅਸਲ ਵਿੱਚ ਕੀ ਮਤਲਬ ਕਿ ਇਹ ਬਿਮਾਰੀ ਹੈ ਦਿਮਾਗੀ ਬਿਮਾਰੀ ਹੈ ਜਾਂ ਕਿ ਫਿਰ ਅਸਲ ਵਿੱਚ ਭੂਤ ਪ੍ਰੇਤ ਹੁੰਦੇ ਨੇ। ਤੁਸੀਂ ਆਪਣੇ ਐਕਸਪੀਰੀਅੰਸਿਸ ਤੇ ਉਹਨਾਂ ਦੇ ਇਲਾਜ ਦੱਸੋ ਸਾਨੂੰ। ਅਸਲ ਚ ਕੋਈ ਚੀਜ਼ ਨਹੀਂ ਹੁੰਦੀ ਦੁਨੀਆ 'ਚ, ਇਹ ਸਾਡੇ ਦਿਮਾਗ ਦਾ ਵਹਿਮ ਹੈ, ਸਾਡੇ ਦਿਮਾਗ ਦੀ ਉਪਜ ਹੁੰਦੀ ਹੈ। ਜਿਹੜੀ ਬਿਮਾਰ ਮਾਨਸਿਕਤਾ ਸਾਨੂੰ ਸ਼ੁਰੂ ਤੋਂ ਹੀ ਜਨਮ ਤੋਂ ਲੈ ਕੇ ਇਹਨਾਂ ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਤੇ ਅਸੀਂ ਆਸ-ਪਾਸ ਸੁਣਦੇ ਹਾਂ ਕਿ ਫਲਾਣੇ ਦੇ ਅੰਦਰ ਭੂਤ ਆ ਗਿਆ, ਫਲਾਣੇ ਦੇ ਅੰਦਰ ਜਿੰਨ ਆ ਗਿਆ, ਫਲਾਣੇ ਦੇ ਅੰਦਰ ਚੜੇਲ ਆ ਗਈ। ਤੇ ਜਦੋਂ ਸਾਡੀ ਮਾਨਸਿਕਤਾ ਕਮਜ਼ੋਰ ਹੋ ਜਾਂਦੀ ਹੈ ਤੇ ਉਦੋਂ ਸਾਡੇ ਅੰਦਰ ਵੀ ਇਹੋ ਜਿਹੇ ਕੋਈ ਖਿਆਲ ਆਉਣ ਲੱਗ ਪੈਂਦੇ ਨੇ। ਕਈ ਵਾਰ ਕੋਈ ਕੈਮੀਕਲ ਲੋਚਾ ਹੋ ਜਾਂਦਾ ਦਿਮਾਗ 'ਚ, ਉਹਦੇ ਕਰਕੇ ਵੀ ਇਹ ਕੰਮ ਹੋ ਜਾਂਦਾ ਹੈ। ਹਾਂਜੀ ਡਾਕਟਰ ਸਾਹਿਬ। ਹਾਂਜੀ ਡਾਕਟਰ ਸਾਹਿਬ ਸਹੀ ਕਿਹਾ ਤੁਸੀਂ। ਮਨੁੱਖ ਦੀ ਸੈਲਫੀ ਆਪਣੇ ਆਪ ਪੈਦਾ ਕੀਤੀ ਹੋਈ ਹੈ ਇੱਕ ਵਿਕਰਤੀ ਹੈ ਜਿਹੜੀ ਮਨੁੱਖ ਦੇ। ਮੈਂ ਜਲਦੀ ਇਹਦੀ ਕਲਾਸੀਫਿਕੇਸ਼ਨ ਕਰਦਾ ਕਿਉਂਕਿ ਆਪਣੇ ਕੋਲ ਸਿਰਫ 1 ਘੰਟਾ ਹੈਗਾ ਤੇ ਇਹਦੇ ਵਿੱਚ ਡਾਕਟਰ ਸਾਹਿਬ ਇਹਦੀਆਂ ਵੈਸੇ ਤੇ ਹਰ ਕੇਸ ਇੰਡੀਵਿਜੂਅਲ ਹੁੰਦਾ, ਹਰ ਕੇਸ ਅਲੱਗ ਹੁੰਦਾ, ਪਰ ਇਹਦੇ ਵਿੱਚ ਮੈਂ ਦੇਖਦਾ ਕਿ ਜਿਹੜੇ ਭੂਤ ਪ੍ਰੇਤ ਆਉਂਦੇ ਆ ਉਹਦੀਆਂ ਬੜੀਆਂ ਕਲਾਸੀਫਿਕੇਸ਼ਨ ਆ ਜਿਹੜੀਆਂ ਮੈਂ ਬਣਾਈਆਂ ਨੇ। ਮੈਂ ਆਮ ਪਿਛਲੇ 38-39 ਸਾਲ ਤੋਂ ਦੇਖਦਾ ਆ ਰਿਹਾ, ਉਹਦੀਆਂ ਕਲਾਸੀਫਿਕੇਸ਼ਨ ਆ। ਇੱਕ ਤਾਂ ਡਰਾਮਾ ਹੁੰਦਾ, ਘਰ ਦੇ ਵਿੱਚ ਕੋਈ ਸਮੱਸਿਆ ਆ ਗਈ ਕਿਸੇ ਮੈਂਬਰ ਨੂੰ ਤੇ ਉਹਨੂੰ ਪਤਾ ਹੁੰਦਾ ਕਿ ਵੀ ਇਹਦਾ ਭੂਤ ਆਉਂਦੇ ਆ, ਭੂਤ ਆ ਸਕਦੇ ਆ, ਔਰ ਉਹ ਸਿਰਫ ਆਪਦੀ ਨਜਾਤ ਲੋਕਾਂ ਦਾ ਧਿਆਨ, ਆਪਣੇ ਮੈਂਬਰਾਂ ਦਾ ਧਿਆਨ ਖਿੱਚਣ ਲਈ ਇੱਕ ਡਰਾਮਾ ਕਰਦਾ, ਕੁਝ ਨਾ ਕੁਝ ਉਹ ਕਰਦਾ, ਭੂਤ ਆ ਗਿਆ, ਆ ਗਿਆ, ਪਜ਼ਲ ਕਰਦਾ ਘਰਦਿਆਂ ਨੂੰ, ਔਰ ਫਿਰ ਉਹ ਸਿਆਣਿਆਂ ਵੱਲ ਭਜਦੇ ਆ, ਉਹ ਲਾਭ ਉਠਾਉਂਦੇ ਆ, ਅੱਗੇ ਦੀ ਅੱਗੇ ਗੱਲ ਚੱਲਦੀ ਆ। ਦੂਸਰਾ ਹੁੰਦਾ ਕਿ ਉਹ ਦੂਸਰਿਆਂ ਨੂੰ ਤੰਗ ਕਰਨਾ ਚਾਹੁੰਦੇ ਆ। ਇੱਕ ਤਾਂ ਹੁੰਦੀ ਉਹਨਾਂ ਦੀ ਸਮੱਸਿਆ ਕਾਰਨ ਉਹ ਤੰਗ ਕਰਦੇ, ਦੂਸਰਾ ਉਹ ਸਿਰਫ ਆਪਦੇ ਸਹੁਰਾ ਪਰਿਵਾਰ ਨੂੰ ਜਾਂ ਆਪਦੇ ਜਿਹੜੇ ਰਿਲੇਟਿਵਸ ਆ ਉਹਨਾਂ ਨੂੰ ਤੰਗ ਕਰਨਾ ਚਾਹੁੰਦੇ ਆ। ਹਾਂਜੀ, ਉਦੋਂ ਬਾਅਦ ਐਕਚੁਅਲੀ ਬਿਮਾਰੀਆਂ ਦੀ ਜਿਹੜੀ ਆ ਜਾਂਦੀ ਹੈ ਇੱਕ ਕਲਾਸੀਫਿਕੇਸ਼ਨ। ਇਹ ਤਾਂ ਹੋ ਗਈ ਜਿਹੜਾ ਡਰਾਮਾ ਟਾਈਪ ਕੀਤਾ ਜਾਂਦਾ। ਦੂਸਰਾ ਆ ਗਿਆ ਬਿਮਾਰੀਆਂ। ਇਹਦੇ ਵਿੱਚ 2 ਤਰ੍ਹਾਂ ਦੇ ਹੁੰਦੇ ਨੇ। ਇੱਕ ਇਲੂਜ਼ਨਸ ਹੁੰਦੇ ਨੇ,
ਇਲੂਜ਼ਨਸ ਉਹ ਹੁੰਦੇ ਨੇ ਜਿਹੜੇ ਕਿ ਹੁੰਦੇ ਹੀ ਨਹੀਂ, ਜਿਹੜੇ ਸਿਰਫ ਪੈਦਾ ਕੀਤੇ ਗਏ, ਉਹਦੀਆਂ ਅੱਗੇ ਫੇਰ ਕਲਾਸੀਫਿਕੇਸ਼ਨਸ ਹੈਗੀਆਂ। ਇੱਕ ਹੁੰਦਾ ਡਿਲੂਜ਼ਨਸ, ਜਿਹੜਾ ਹੁੰਦਾ ਹੈ ਪਰ ਉਹ ਗਲਤ ਤਰ੍ਹਾਂ ਪ੍ਰੈਜੈਂਟ ਹੁੰਦਾ ਦਿਮਾਗ ਦੇ ਉੱਤੇ, ਇੱਕ ਗਲਤ ਤਰ੍ਹਾਂ ਦਾ ਉਹ ਡਿਲੂਜ਼ਨ ਉਹ ਬਣ ਜਾਂਦਾ ਹੈ, ਉਹਨੂੰ ਲੱਗੀ ਜਾਂਦਾ ਜਿੱਦਾਂ ਬੈੱਡ ਦੇ ਵਿੱਚ ਉਹਨੂੰ ਲੱਗੀ ਜਾਂਦਾ ਕਈ ਅਸੀਂ 2 ਜਣੇ ਸੁੱਤੇ ਪਏ ਜਾਂ 3 ਜਣੇ ਸੁੱਤੇ ਪਏ, ਜਾਂ ਮੇਰੀਆਂ ਲੱਤਾਂ ਵੱਡੀਆਂ ਹੋ ਗਈਆਂ ਜਾਂ ਛੋਟੀਆਂ ਹੋ ਗਈਆਂ, ਉਹ ਉਹਨੂੰ ਭੂਤ ਸਮਝ ਲੈਂਦੇ ਆ। ਕੁਝ ਤੀਸਰੀ ਕਲਾਸੀਫਿਕੇਸ਼ਨ ਜਿਹੜੀ ਹੈਗੀ ਆ, ਉਹ ਜਿਹੜੀ ਤੁਸੀਂ ਪੁਆਇੰਟ ਆਊਟ ਕੀਤਾ ਸੀਗਾ, ਕੈਮੀਕਲਸ ਜਿਹੜੇ ਤਾਂਤਰਿਕ ਆ ਉਹ ਕੀ ਕਰਦੇ ਆ, ਉਹਨਾਂ ਨੇ ਜਿੱਦਾਂ ਸਿਵਿਆਂ ਦੇ ਵਿੱਚੋਂ ਜਿਹੜੇ ਉਹਨਾਂ ਦੇ ਅਸਤ ਹੁੰਦੇ ਆ ਤੇ ਉਹਨਾਂ ਦੇ ਨਾਲ ਥੋੜੀ ਬਹੁਤੀ ਫਾਸਫੋਰਸ ਵਗੈਰਾ ਅਟੈਚਮੈਂਟ ਹੁੰਦੀ ਆ, ਉਹਨੂੰ ਇੱਕ ਪੱਥਰ ਦੇ ਉੱਤੇ ਰਗੜ ਕੇ ਉੱਤੇ ਸ਼ਾਹੀ ਪਾ ਕੇ ਉਹ ਇੰਨਾ ਡਿਲੂਟ ਕਰ ਲੈਂਦੇ ਪਤਾ ਨਹੀਂ ਲੱਗਦਾ, ਉਹਨੂੰ ਪਾ ਕੇ ਉਹਦੇ ਨਾਲ 2-4 ਅੱਖਰ ਊਟ ਘੋੜੇ ਜਿਹੇ ਪਾ ਕੇ ਉਹ ਕਾਗਜ਼ ਦੇ ਦਿੰਦੇ, ਕਹਿੰਦੇ ਲੈ ਜਾ ਕੇ ਤੂੰ ਘੋਲ ਕੇ ਪਿਲਾ ਦੀ। ਤੇ ਉਹ ਜਿਹੜਾ ਇੰਨਾ ਡਾਇਨਾਮਿਕ ਉਹ ਜਿਹੜਾ ਘੋਲ ਕੇ ਪਿਲਾਇਆ ਸ਼ਾਹੀ ਪਿਲਾਈ ਹੁੰਦੀ ਆ, ਉਹੋ ਹੀ ਬ੍ਰੇਨ ਤੇ ਇਹੋ ਜਿਹਾ ਇਫੈਕਟ ਕਰਦੀ ਆ ਕਿ ਉਹ ਬੰਦਾ ਕੁਛ ਨਾ ਕੁਝ ਗਲਤ ਮਲਤ ਕਰਨ ਲੱਗ ਪੈਂਦਾ। ਇਸ ਤੋਂ ਅੱਗੇ ਵਾਲੀ ਜਿਹੜੀ ਸਟੇਜ ਆ ਜਿਹਦੇ ਤੋਂ ਲੋਕ ਬਹੁਤ ਹੀ ਡਰਦੇ, ਬਹੁਤ ਹੀ ਸਿਜ਼ੋਫਰੀਨੀਆ, ਉਹਦੇ ਵਿੱਚ ਤੇ ਉਹ ਫਿਰ ਆਵਾਜ਼ਾਂ ਵੀ ਆਉਂਦੀਆਂ, ਉਹਨੂੰ ਹਕੀਕਤ ਦੇ ਵਿੱਚ ਬੜਾ ਕੁਝ ਮਹਿਸੂਸ ਹੁੰਦਾ। ਇਹ ਸਾਰੀਆਂ ਹੀ ਮੈਡੀਕਲ ਟਰਮਸ ਨੇ। ਕੁਝ ਲੋਕਾਂ ਨੇ ਇਹਨਾਂ ਨੂੰ ਮਤਲਬ ਕਿ ਹੋਰ ਪਾਸੇ ਨੂੰ ਲੈ ਕੇ ਜਾਂਦੇ ਨੇ, ਹੋਰ ਤਰ੍ਹਾਂ ਦੀ ਗੱਲ ਕਰਦੇ ਨੇ। ਐਕਚੁਅਲੀ ਇਹ ਮੈਡੀਕਲ ਟਰਮਸ ਨੇ, ਸਾਰੀਆਂ ਚੀਜ਼ਾਂ ਦਾ ਹੱਲ ਹੋ ਸਕਦਾ, ਪਰ ਸ਼ਰਤ ਇਹ ਹੈ ਕਿ ਵੀ ਜਿਹੜਾ ਪੇਸ਼ੈਂਟ ਵਾ ਜਾਂ ਉਹਨਾਂ ਦੇ ਘਰ ਦੇ ਆ ਉਹ ਇਸ ਚੀਜ਼ ਨੂੰ ਸਮਝਣ। ਜੀ ਹਾਂਜੀ, ਇੱਥੇ ਮੈਂ ਸੌਰੀ ਡਾਕਟਰ ਸਾਹਿਬ ਤੁਹਾਡੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸੌਰੀ ਤੁਹਾਨੂੰ ਇੰਟਰਪਟ ਕਰਨ ਲੱਗੀ ਹਾਂ। ਸਾਡੇ ਨਾਲ ਬਹੁਤ ਸਾਰੇ ਵਿਊਅਰਸ ਜੁੜੇ ਹੋਏ ਨੇ ਤੇ ਉਹ ਸਤਿ ਸ਼੍ਰੀ ਅਕਾਲ ਤੁਹਾਨੂੰ ਬੁਲਾ ਰਹੇ ਨੇ, ਪਿਆਰ ਭੇਜ ਰਹੇ ਨੇ ਬਹੁਤ ਸਾਰਾ। ਤੇ ਮੈਂ ਇਹ ਦੱਸਣਾ ਚਾਹੁੰਦੀ ਹਾਂ ਆਪਣੇ ਵਿਊਅਰਸ ਨੂੰ ਕਿ ਜੇ ਕਿਸੇ ਨੇ ਆਪਣਾ ਕੋਈ ਐਕਸਪੀਰੀਅੰਸ ਸ਼ੇਅਰ ਕਰਨਾ ਹੋਵੇ, ਉਹ ਸਾਨੂੰ ਸਕਰੀਨ ਦੇ ਉੱਪਰ ਜਿਹੜਾ ਨੰਬਰ ਚੱਲ ਰਿਹਾ ਉਹਦੇ ਉੱਪਰ ਕਾਲ ਕਰ ਸਕਦੇ ਜਾਂ ਫਿਰ ਕਮੈਂਟਸ ਦੇ ਵਿੱਚ ਉਹ ਸਾਨੂੰ ਲਿਖ ਸਕਦੇ ਆ ਤੇ ਮੈਂ ਕਮੈਂਟਸ ਨਾਲ ਦੀ ਨਾਲ ਪੜ੍ਹਦੀ ਜਾਵਾਂਗੀ। ਜਿਸ ਤਰ੍ਹਾਂ ਕਿ ਇੱਕ ਕਮੈਂਟ ਹੁਣੇ ਆਇਆ ਗੁਰੀ ਬਾਜਵਾ ਜੀ ਵੱਲੋਂ, ਉਹ ਕਹਿੰਦੇ ਨੇ ਕਿ ਹੁੰਦੇ ਨੇ ਜੀ ਭੂਤ। ਸੋ ਕਈ ਲੋਕ ਇਹ ਵਿਸ਼ਵਾਸ ਕਰਦੇ ਕਿ ਭੂਤ ਹੁੰਦੇ ਨੇ, ਹੈਨਾ, ਤੇ ਜ਼ਰੂਰ ਮਤਲਬ ਕਿ ਆਪਣਾ ਐਕਸਪੀਰੀਅੰਸ ਜਿਹੜਾ ਉਹ ਜ਼ਰੂਰ ਕਮੈਂਟਸ ਦੇ ਵਿੱਚ ਕਾਲ ਕਰਕੇ ਸ਼ੇਅਰ ਕਰੋ। ਹਾਂਜੀ, ਮੈਂ ਕੁਇਕ ਉਹਨਾਂ ਦੇ ਜਿਹੜਾ ਕਮੈਂਟ ਆ ਉਹਦੇ ਉੱਤੇ ਮੈਂ ਕਹਿ ਦਿੰਦਾ ਵੀ ਭੂਤ ਹੁੰਦੇ ਨੇ। ਜੋ ਪਾਸ ਹੋ ਗਿਆ ਜਿਹੜਾ ਆਪਾਂ ਕਰੋਨਾ, ਹੁਣ ਜਿੱਦਾਂ ਕਰੋਨਾ ਟਾਈਮ ਚੱਲ ਰਿਹਾ ਹੈਗਾ, ਉਸ ਤੋਂ ਪਹਿਲਾਂ ਜਿਹੜਾ ਸਮਾਂ ਸੀ ਉਹ ਭੂਤ ਹੀ ਸੀਗਾ। ਭੂਤ ਹੁੰਦਾ ਹੈ, ਕਿਹਾ ਜਾਂਦਾ ਬੀਤ ਗਿਆ, ਜਿਹਦੇ ਬਾਰੇ ਅੱਜ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਵੀ ਉਹ ਕੀ ਸੀ। ਦੈਟ ਇਜ਼ ਦਾ ਭੂਤ। ਅਸਲ ਜਿਹਦੇ ਪਿੱਛੇ ਕਾਰਨ ਇਹ ਹੁੰਦਾ ਹੈ, ਸਾਡੇ ਦੇਸ਼ ਤੇ ਜਾਂ ਸਾਡੇ ਸਮਾਜ ਦੇ ਬਹੁਤੇ ਲੋਕ ਆਪਣੇ ਆਪ ਨੂੰ ਮਾਨਸਿਕ ਰੋਗੀ ਕਹਾਉਣਾ ਹੀ ਨਹੀਂ ਚਾਹੁੰਦੇ। ਉਹ ਹਮੇਸ਼ਾ ਇਹੀ ਚੀਜ਼ ਕਹਿੰਦੇ ਨੇ ਕਿ ਅਸੀਂ ਮਾਨਸਿਕ ਰੋਗੀ ਨਹੀਂ, ਅਸੀਂ ਪਾਗਲ ਥੋੜਾ। ਮੈਂ ਇੱਕ ਲੜਕੀ ਨੂੰ ਮੇਰੇ ਕੋਲ ਲੈ ਕੇ ਆਏ, ਕਹਿੰਦੇ ਜਿਹਨੂੰ ਓਪਰੀ ਕਸਰ ਹੈ, ਨੌਜਵਾਨ ਲੜਕੀ ਸੀ। ਜਦੋਂ ਮੈਂ ਉਹਦੇ ਨਾਲ ਗੱਲਬਾਤ ਕੀਤੀ ਤੇ ਮੈਨੂੰ ਪਤਾ ਲੱਗਾ ਕਿ ਉਹ 3-4 ਡਿਗਰੀਆਂ ਦੀ ਮਾਲਕ ਸੀ। ਤੇ ਮੈਂ ਸੋਚਿਆ ਕਿ ਇਹਨੂੰ ਸਿੱਧੀ ਗੱਲ ਕਰਦੇ ਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਬੇਟੇ ਤੇਰੇ ਨਾਲ ਦਿਮਾਗ ਦੇ ਉੱਤੇ ਬੋਝ ਆ। ਕਹਿੰਦੀ ਅੰਕਲ ਜੀ ਅਸੀਂ ਓਪਰੀ ਕਸਰ ਦਾ ਇਲਾਜ ਕਰਾਉਣ ਆਏ ਆ ਤਾਂ ਤੁਸੀਂ ਮੈਨੂੰ ਪਾਗਲ ਸਮਝੀ ਜਾਂਦੇ। ਫਿਰ ਮੈਂ ਗੱਲ ਨੂੰ ਘੁਮਾਇਆ, ਮੈਂ ਕਿਹਾ ਅਸਲ 'ਚ ਨਾ ਓਪਰੀ ਚੀਜ਼ ਨੇ ਤੇਰੇ ਦਿਮਾਗ ਤੇ ਬੋਝ ਪਾਇਆ ਹੈ। ਕਹਿੰਦੀ ਹਾਂ ਅੰਕਲ ਜੀ ਇਹ ਗੱਲ ਠੀਕ ਜੇ। ਅਸਲ 'ਚ ਕੀ ਆ ਕਿ ਅਸੀਂ ਆਪਣੇ ਆਪ ਨੂੰ ਮਾਨਸਿਕ ਰੋਗੀ ਸਮਝਦੇ ਨਹੀਂ। ਸਾਰੇ ਹੀ ਲੋਕ ਮਾਨਸਿਕ ਰੋਗੀ ਨੇ, ਕੋਈ ਜ਼ਿਆਦਾ ਕੋਈ ਘੱਟ ਹੈ। ਤੇ ਦੂਜਾ ਸਾਡੇ ਜਿਹੜੇ ਡਾਕਟਰੀ ਪੇਸ਼ਾ ਹੈ, ਇਹਦੇ ਵਿੱਚ ਬਹੁਤੇ ਲੋਕ ਨਸ਼ੇ ਦੀਆਂ ਗੋਲੀਆਂ ਦਿੰਦੇ ਨੇ ਹਰ ਮਾਨਸਿਕ ਰੋਗੀ ਨੂੰ ਕਿ ਉਹ ਸੁੱਤਾ ਰਹੇ, ਕੋਈ ਗਲਤ ਐਕਟੀਵਿਟੀ ਨਾ ਕਰੇ ਤੇ ਬਸ ਲੋਕ ਵੀ ਘਰ ਦੇ ਠੀਕ ਹੈ ਨੇ, ਕਹਿੰਦੇ ਬਸ ਠੀਕ ਹੈ ਜੀ ਉਹਨੂੰ ਆਰਾਮ ਹੋ ਗਿਆ ਹੈ। ਤਾਂ ਜਦੋਂ ਕਿ ਉਹ ਉਮਰ ਭਰ ਉਹਨਾਂ ਨੂੰ ਦਵਾਈ ਖਾਣੀ ਪੈਂਦੀ ਹੈ। ਤੇ ਅਗਰ ਉਹਨਾਂ ਦਾ ਸਲਾਹ ਮਸ਼ਵਰੇ ਨਾਲ ਕਾਉਂਸਲਿੰਗ ਕਰਕੇ ਇਲਾਜ ਕੀਤਾ ਜਾਵੇ ਤੇ ਨਾਲ ਥੋੜੀ ਬਹੁਤੀ ਹੋਮਿਓਪੈਥੀ ਦਵਾਈ ਦਿੱਤੀ ਜਾਵੇ ਤੇ ਉਹਨਾਂ ਦਾ ਇਲਾਜ ਛੇਤੀ ਤੇ ਪਰਮਾਨੈਂਟ ਹੁੰਦਾ ਹੈ। ਤੁਹਾਡੇ ਕੋਲ ਕਿਸ ਤਰ੍ਹਾਂ ਦੇ ਮਰੀਜ਼ ਆਉਂਦੇ ਆ, ਇਹਦੇ ਬਾਰੇ ਜ਼ਰੂਰ ਦੱਸੋ। ਕਿ ਕਈ ਤਾਂ ਇੰਨਾ ਜ਼ਿਆਦਾ ਮਤਲਬ ਕਿ ਜਦੋਂ ਦੱਸਦੇ ਨੇ ਨਾ, ਕਈ ਵਾਰੀ ਤੁਸੀਂ ਆਪਣੇ ਫੈਮਿਲੀ ਵਿੱਚ ਜਾਂ ਫਰੈਂਡਸ ਵਿੱਚ ਜਦੋਂ ਗੱਲ ਕਰਦੇ ਹੋ ਤੇ ਉਹ ਤੁਹਾਨੂੰ ਵੀ ਜਿਹੜਾ ਇੱਕ ਤਰ੍ਹਾਂ ਯਕੀਨ ਦਵਾ ਦਿੰਦੇ ਆ ਕਿ ਨਹੀਂ ਭੂਤ ਹੁੰਦੇ ਨੇ, ਜ਼ਰੂਰ ਹੁੰਦੇ ਨੇ ਭੂਤ, ਹੈ ਨਾ। ਕਿ ਜੀ ਬੂਆ ਆਪੇ ਖੁੱਲ ਗਿਆ, ਹੈ ਨਾ, ਮੇਰੇ ਵਾਲ ਆਪੇ ਖੁੱਲ ਗਏ, ਸਮਥਿੰਗ ਲਾਈਕ ਦੈਟ। ਬਿਲਕੁਲ ਸ਼ਰਮਾ ਜੀ, ਮੇਰੇ ਕੋਲ ਇੱਕ ਯੂਪੀ ਤੋਂ ਕੇਸ ਆਇਆ, ਇੱਥੇ ਡਾਕਟਰ ਹੀ ਆ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਡਾਕਟਰ ਤੋਂ ਜੁਗੋ ਲੈ ਆਓ ਉਹਨੂੰ। ਬਜ਼ੁਰਗ ਔਰਤ ਸੀਗੀ ਕੋਈ 60 ਸਾਲ ਦੀ। ਉਹ ਕਹਿੰਦੀ ਮੇਰੇ ਵਿੱਚ ਮੇਰੀ ਸੱਸ ਆਉਂਦੀ ਆ, ਉਹ ਵੀ ਆਉਂਦਾ, ਸਹੁਰਾ ਵੀ ਆਉਂਦਾ, ਫਲਾਨਾ, ਜਿਹੜੇ ਗੁਜ਼ਰ ਚੁੱਕੇ ਸੀ ਉਹ ਸਾਰੇ ਆਉਂਦੇ ਆ। ਜਦੋਂ ਮੈਂ ਉਸ ਹਸਪੀਟਲ ਜਿਹੜੇ ਡਾਕਟਰ ਨੇ ਬੁਲਾਇਆ ਸੀ, ਉੱਥੇ ਉਹਨਾਂ ਮੈਨੂੰ ਬੁਲਾਇਆ, ਗੱਡੀ ਭੇਜੀ ਉਹਨਾਂ, ਮੈਂ ਲੈ ਉੱਥੇ ਗਿਆ। ਜੋ ਮੈਂ ਉਹਦੇ ਨਾਲ ਗੱਲ ਕੀਤੀ ਵੀ
ਤੁਹਾਨੂੰ ਮਾਨਸਿਕ ਵਿਕਾਰ ਹੈ। ਉਹ ਕਹਿੰਦੇ ਨਹੀਂ ਨਹੀਂ ਇਹ ਤਾਂ ਰੈਲਿਟੀ ਆ, ਉਹਦਾ ਹਸਬੈਂਡ ਵੀ ਕਹੀ ਜਾਵੇ ਰੈਲਿਟੀ ਆ, ਮੇਰੀ ਮਾਤਾ ਹੀ ਆਉਂਦੀ ਹੈ। ਫਿਰ ਮੈਨੂੰ ਇੱਕ ਵਾਰੀ ਤਾਂ ਜਦੋਂ ਉਹਨਾਂ ਨੇ ਸਟੋਰੀ ਸੁਣਾਈ ਤਾਂ ਮੈਂ ਖੁਦ ਹੈਰਾਨ ਹੋ ਗਿਆ ਵੀ ਇੰਨਾ ਜ਼ਿਆਦਾ ਕੌਨਫੀਡੈਂਸ, ਇੱਕ ਚੀਜ਼ ਨਾ ਹੋਣ ਤੇ ਵੀ ਇੰਨਾ ਜ਼ਿਆਦਾ ਕੌਨਫੀਡੈਂਸ, ਉਹ ਮੰਨਣ ਨੂੰ ਤਿਆਰ ਹੀ ਨਹੀਂ ਸੀ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਠੀਕ ਹੈ, ਤੁਹਾਨੂੰ ਇਹ ਪ੍ਰੋਬਲਮ ਹੈਗੀ ਆ ਤੇ ਇਹਦਾ ਹੱਲ ਤਾਂ ਆਪਾਂ ਹੀ ਕਰਨਾ। ਫਿਰ ਅਸੀਂ ਉਹਨਾਂ ਦਾ ਇਲਾਜ ਕੀਤਾ, ਉਹਦੀ ਪੂਰੀ ਸਟੋਰੀ ਲਈ, ਪਰ ਉਹ ਪੂਰੇ ਇਲਾਜ ਦੌਰਾਨ ਮੈਂ ਉਹਨੂੰ ਇੱਕ ਵਾਰੀ ਵੀ ਨਹੀਂ ਕਹਿ ਸਕਿਆ ਕਿ ਤੇਰੇ ਮਨ ਦਾ ਵਹਿਮ ਆ। ਜਦੋਂ ਉਹ ਠੀਕ ਹੋ ਗਈ ਉਸ ਬਾਅਦ ਉਹ ਬਾਅਦ ਚ ਮੇਰੇ ਕੋਲ ਆਏ, ਕਹਿੰਦੇ ਐਕਚੁਅਲੀ ਮੈਨੂੰ ਭਾਜੀ ਹੈ ਕੀ ਸੀ, ਤੇ ਫਿਰ ਮੈਂ ਉਹਨੂੰ ਦੱਸਿਆ ਬਿਲਕੁਲ ਠੀਕ ਹੋਣ ਤੋਂ ਬਾਅਦ ਕਿ ਤੁਸੀਂ ਸਿਰਫ ਮਾਨਸਿਕ ਤੌਰ ਤੇ ਬਿਮਾਰ ਸੀਗੇ, ਜਿਹੜੀ ਸੱਸ ਆਉਂਦੀ ਸੀ ਜਾਂ ਸਹੁਰਾ ਆਉਂਦਾ ਸੀ ਜਾਂ ਜਿਹੜੇ ਹੋਰ ਰਿਲੇਟਿਵ ਹੁੰਦੇ ਸੀ ਉਹ ਹੁਣ ਕਿੱਥੇ ਗਏ। ਉਹ ਹੈਰਾਨ ਹੋ ਗਈ ਕਿ ਮੈਂ ਤਾਂ ਪੱਕਾ ਹੀ ਬਣਾਈ ਬੈਠੀ ਸੀ ਵੀ ਇਹ ਮੇਰੇ ਕੋਲ ਆਂਦੇ। ਡਾਕਟਰ ਸਾਹਿਬ ਜਿਵੇਂ ਜਿਵੇਂ ਹਾਲਾਤ ਬਦਲਦੇ ਨੇ ਤੇ ਜਿਹੜੇ ਭੂਤ ਪ੍ਰੇਤ ਉਹ ਆਪਣਾ ਤਰੀਕਾ ਵੀ ਬਦਲ ਲੈਂਦੇ ਨੇ, ਜਾਣੀ ਕਿ ਮਾਨਸਿਕ ਰੋਗੀ। ਅੱਜ ਤੋਂ 40 ਸਾਲ ਪਹਿਲਾਂ, 4 ਦਹਾਕੇ ਪਹਿਲਾਂ ਤੁਸੀਂ ਵੇਖਿਆ ਹੋਵੇਗਾ ਕਿ ਸਿਰ ਮਾਰਨ ਵਾਲੀਆਂ ਦੇਵੀਆਂ ਬੜੀਆਂ ਮੁਹੱਲੇ ਵਿੱਚ ਪੈਦਾ ਹੋਈਆਂ ਸੀ। ਉਹ ਸਿਰ ਮਾਰ ਕੇ ਕੋਈ ਮੰਗਲਵਾਰ, ਕੋਈ ਸੋਮਵਾਰ, ਕੋਈ ਸ਼ਨੀਵਾਰ ਆਪਣੇ ਹਿਸਾਬ ਨਾਲ ਹਫ਼ਤਾਵਾਰੀ ਜਾਂ ਮਹੀਨੇਵਾਰੀ ਚੌਂਕੀ ਦਿੰਦੀ ਸੀ, ਤੇ ਉਸ ਚੌਂਕੀ ਦੇ ਵਿੱਚ ਲੋਕ ਕਣ ਪਾਉਂਦੇ ਸਨ, ਜਾਣੀ ਕਿ ਪੁੱਛਾ ਕਰਦੇ ਸਨ। ਤੇ ਜ਼ਿਆਦਾਤਰ ਲੋਕਾਂ ਦਾ ਕੀ ਹੁੰਦਾ ਸੀ ਕਿ ਮੇਰੇ ਘਰ ਮੁੰਡਾ ਹੋਣਾ ਚਾਹੀਦਾ, ਕਿਸੇ ਦਾ ਹੁੰਦਾ ਸੀ ਮੇਰੇ ਕੋਲ ਜਾਇਦਾਦ ਨਹੀਂ ਹੈ, ਤੇ ਉਹ ਉੱਥੇ ਜਾ ਕੇ ਆਪਣੇ ਚੜਾਵਾ ਚੜਾਉਂਦੇ ਸਨ। ਇੱਕ ਭਗਤ ਹੁੰਦਾ ਸੀ ਉਹਨਾਂ ਦਾ, ਉਹ ਆ ਕੇ ਤੇ ਸਾਰਿਆਂ ਦੇ ਕੋਲੋਂ ਚੜਾਵਾ ਲੈਂਦਾ ਸੀ, ਤੇ ਫਿਰ ਉਹ ਬੀਬੀ ਜਿਹੜੀ ਸਿਰ ਮਾਰਦੀ ਸੀ, ਖੇਡ ਦਿੰਦੀ ਸੀ, ਕੋਈ ਆਪਣੀ ਜੀਭ ਲੰਬੀ ਕੱਢ ਕੇ ਹਾ ਕਰਦੀ ਸੀ, ਤੇ ਉਹ ਆਵਾਜ਼ ਦਿੰਦੀ ਸੀ ਕਿ ਅੱਜ ਕਿੰਨੇ ਮੁੰਡੇ ਦਾ ਕਣ ਕਿੰਨੇ ਪਾਇਆ। ਤੇ ਤੁਹਾਨੂੰ ਪਤਾ ਹੈ ਸਾਡੇ ਸਮਾਜ ਦੇ ਵਿੱਚ ਆਮ ਹੀ ਮੁੰਡੇ ਨੂੰ ਵੱਧ ਅਹਿਮੀਅਤ ਦਿੱਤੀ ਜਾਂਦੀ ਹੈ ਕਿ ਮੁੰਡਾ ਹੋਣਾ ਚਾਹੀਦਾ ਹੈ, ਤੇ ਬੇਸ਼ੱਕ ਕੁੜੀਆਂ ਉਹਦੇ ਨਾਲੋਂ ਸਿਆਣੀਆਂ ਹੋਣ, ਵਧੀਆ ਹੋਣ। ਤੇ ਉਹ ਫਿਰ ਬਹੁਤ ਸਾਰੇ ਲੋਕ ਖੜੇ ਹੋ ਜਾਂਦੇ ਸਨ, ਤੇ ਉਹ ਦੇਵੀ ਕੀ ਕਰਦੀ ਸੀ, ਉਹਨਾਂ ਨੂੰ ਕੋਈ ਨਾ ਕੋਈ ਫਲ, ਕਿਸੇ ਨੂੰ ਸੇਬ, ਕਿਸੇ ਨੂੰ ਅਮਰੂਦ, ਕਿਸੇ ਨੂੰ ਸੰਤਰਾ, ਇਸ ਤਰ੍ਹਾਂ ਦੇ ਦਿੰਦੀ ਸੀ, ਤੇ ਇਹ ਖਾਓ, ਇਹ ਉਸ ਕੱਲੀ ਔਰਤ ਨੇ ਖਾਣਾ। ਤੇ ਉਹ ਫਿਰ ਹੁਣ ਬਦਲ ਗਿਆ, ਅੱਜ ਕੱਲ੍ਹ ਨਿਰਮਲ ਬਾਬੇ ਵਰਗੇ ਆ ਗਏ ਨੇ, ਤੇ ਹੁਣ ਉਹ ਕਹਿੰਦੇ ਕਿਰਪਾ ਰੁਕੀ ਹੋਈ ਹੈ। ਤੇ ਇਸ ਤਰ੍ਹਾਂ ਮਾਹੌਲ ਬਦਲਦਾ, ਲੋਕ ਆਪਣੇ ਤਰੀਕੇ ਬਦਲ ਲੈਂਦੇ ਨੇ। ਡਾਕਟਰ ਸਾਹਿਬ ਇਹ ਜਿਹੜੀ ਨਾ ਸਾਈਕੋਲੋਜੀ ਆ ਮਨੁੱਖ ਦੀ, ਔਰ ਦੇਖੋ ਉਹਨਾਂ ਦਾ ਕਿੰਨਾ ਸ਼ਾਤਰ ਦਿਮਾਗ ਆ, ਉਹਨਾਂ ਨੇ ਸਾਡੀ ਸਾਇੰਸ ਨੂੰ ਹੀ ਵਰਤਿਆ। ਐ ਨਹੀਂ ਹੈ ਕਿ ਉਹਨਾਂ ਨੇ ਕੋਈ ਵਹਿਮ ਭਰਮ ਵਰਤਿਆ, ਉਹਨਾਂ ਸਾਡੀ ਸਾਇੰਸ ਨੂੰ ਵਰਤਿਆ। ਮੇਲ ਤੇ ਫੀਮੇਲ ਦਾ ਜਿਹੜਾ ਪਰਸੈਂਟੇਜ ਆ ਕੁਦਰਤ ਨੇ ਬਰਾਬਰ ਰੱਖਿਆ ਹੋਇਆ, ਔਰ ਜਿਸ ਇਨਸਾਨ ਦੇ 1 ਜਾਂ 2 ਬੇਟੀਆਂ ਹੋਈਆਂ ਆਲਰੇਡੀ ਹੋਈਆਂ, ਉਹਦੇ ਚਾਂਸਸ ਮੇਲ ਚਾਈਲਡ ਹੋਣ ਦੇ ਜ਼ਿਆਦਾ ਹੁੰਦੇ ਨੇ ਫਸਟ ਨਾਲ, ਔਰ ਉਹ ਉਹਦਾ ਹੀ ਫਾਇਦਾ ਉਠਾਈ ਜਾਂਦੇ। ਜੇ ਮੰਨ ਲਓ ਸਪੋਜ਼ ਉੱਥੇ 10 ਬੰਦਿਆਂ ਨੇ ਕਣ ਪਾਇਆ ਕਿ 10 ਬੰਦੇ ਆਏ ਆ ਕਿ ਬਾਬਾ ਜੀ ਸਾਨੂੰ ਪੁੱਤਰ ਦੇ ਦਿਓ, ਤੇ 10 ਦੇ ਵਿੱਚੋਂ ਕੁਦਰਤੀ ਹੈ ਵੀ 6-7 ਦੇ ਤਾਂ ਮੋਰ ਦੈਨ 50% ਤੋਂ ਵੱਧ ਲੜਕਾ ਹੋਣਾ। ਜਿਨ੍ਹਾਂ ਦੇ ਲੜਕੀ ਹੋ ਗਈ ਦੁਬਾਰਾ ਉਹਨਾਂ ਦੇ ਚੁੱਪ ਕਰ ਜਾਣਾ, ਉਹਨਾਂ ਕਹਿਣਾ ਸਾਡੇ ਕੋਲ ਤੂੰ ਮੀਟ ਖਾ ਲਿਆ ਸੀ, ਤੂੰ ਸ਼ਰਾਬ ਪੀ ਲਈ ਸੀ, ਤੂੰ ਆਹ ਹੋ ਗਿਆ ਸੀ, ਸਾਡੇ ਕੋਲ ਰੱਖ ਨਹੀਂ ਹੋਇਆ, ਪਰਹੇਜ ਨਹੀਂ ਰੱਖ ਹੋਇਆ। ਔਰ ਉਹ ਇਸ ਸਾਇੰਸ ਦਾ ਹੀ ਲਾਭ ਲੈਂਦੇ ਨੇ। ਉਹਨਾਂ ਨੂੰ ਪਤਾ ਹੈ ਕਿ ਜਿਹਦੇ 2-3 ਲੜਕੀਆਂ ਹੋ ਗਈਆਂ, 1 ਬੇਟੀ ਹੋ ਗਈ, ਉਦੋਂ ਬਾਅਦ ਬੇਟੇ ਦੇ ਚਾਂਸਸ ਹੁੰਦੇ ਆ। ਸਾਡੀ ਸਾਇੰਸ ਦਾ ਹੀ ਉਹ ਲਾਭ ਲੈਂਦੇ ਨੇ। ਮੈਂ ਹੈਰਾਨ ਹਾਂ ਕਿ ਸਾਡੇ ਪੜ੍ਹੇ ਹੋਏ ਡਿਗਰੀ ਹੋਲਡਰ ਡਾਕਟਰ, ਜਿਨ੍ਹਾਂ ਨੂੰ ਪਤਾ ਹੈ ਕਿ X ਔਰ Y ਕ੍ਰੋਮੋਸੋਮਸ ਹੁੰਦੇ ਨੇ, ਔਰ ਉਹਦੇ ਤੋਂ ਬਿਨਾਂ ਬੱਚੇ ਦੀ ਪੈਦਾਇਸ਼ ਨਹੀਂ ਹੋ ਸਕਦੀ। ਜੇ Y ਸੈੱਲ ਚਲੇ ਗਿਆ ਤੇ ਫੀਮੇਲ ਆ, ਜੇ X ਚਲੇ ਗਿਆ ਤੇ ਮੇਲ ਚਾਈਲਡ ਆ। ਔਰ ਉਹ ਡਾਕਟਰ ਵੀ ਉਹਨਾਂ ਦੀਆਂ ਗੱਲਾਂ ਦੇ ਵਿੱਚ, ਉਹਨਾਂ ਥੋੜਾ ਬਹੁਤਾ ਪੜ੍ਹੇ ਹੁੰਦੇ ਨੇ, ਐਜੂਕੇਟਡ ਹੁੰਦੇ ਨੇ, ਟੀਚਰ ਹੁੰਦੇ ਨੇ, ਉਹ ਲੋਕ ਵੀ ਉਹਨਾਂ ਦੀ ਗੱਲ ਚਾਹਦੇ ਨਹੀਂ ਜੇ ਹੁੰਦਾ। ਔਰ ਦਵਾਈਆਂ ਵਾਲੇ ਵੀ ਇਦਾਂ ਹੀ ਦਾਲ ਆਈ ਜਾਂਦੇ ਨੇ। ਇਹ ਬਹੁਤ ਵੱਡੀ ਸਾਡੀ ਬਦਕਿਸਮਤੀ ਆ ਵੀ ਪੜ੍ਹੇ ਲਿਖੇ ਲੋਕ ਜਿਨ੍ਹਾਂ ਨੂੰ ਇਹ ਸਾਇੰਸ ਬਾਰੇ ਪਤਾ, ਜਿਹੜੀਆਂ ਬੱਚੀਆਂ ਨੇ ਸਾਇੰਸ ਪੜ੍ਹੀ ਹੈ, ਕ੍ਰੋਮੋਸੋਮ ਸਟੱਡੀ ਪੜ੍ਹੀ ਹੋਈ ਆ, ਉਹ ਬੱਚੀਆਂ ਨੂੰ ਵੀ ਮਜਬੂਰ ਕੀਤਾ ਜਾਂਦਾ, ਨਹੀਂ ਤੂੰ ਬਾਬਾ ਜੀ ਦਾ ਸੇਬ ਖਾ ਹੀ ਲੈ, ਤੇ ਉਹ ਜਾਂਦੇ ਨੇ। ਕਈ ਲੋਕ ਆਪਣੀ ਘਰ ਦੇ ਵਿੱਚ ਪਰਿਵਾਰਕ ਮੈਂਬਰ ਹੁੰਦੇ ਨੇ, ਤਾਂ ਆਪਣੀ ਮੰਗ ਬਣਾਉਣ ਵਾਸਤੇ ਜਾਂ ਆਪਣੀ ਕੋਈ ਮੁਸ਼ਕਲ ਹੱਲ ਕਰਨ ਵਾਸਤੇ ਵੀ ਇਹੋ ਜਿਹੀਆਂ ਹਰਕਤਾਂ ਕਰਦੇ ਨੇ। ਕੁਝ ਸਾਲ ਪਹਿਲਾਂ ਇੱਥੇ ਇੱਕ ਲਾਗੇ ਪਿੰਡ ਆ, ਤੇ ਉੱਥੇ ਸਾਰੇ ਪੱਤਰਕਾਰ ਇਕੱਠੇ ਹੋਏ ਸਨ। 3 ਦਿਨ ਤੋਂ ਖਬਰਾਂ ਚੱਲ ਰਹੀਆਂ ਸਨ ਟੀਵੀ ਤੇ, ਤੇ ਇੱਕ ਟੀਵੀ ਪੱਤਰਕਾਰ ਸਾਡੇ ਸਰਬਜੀਤ ਬਾਵਾ ਜੀ ਨੇ ਮੈਨੂੰ ਫੋਨ ਕੀਤਾ ਕਿ ਭਾਜੀ ਇਸ ਪਿੰਡ ਦੇ ਵਿੱਚ ਇੱਕ ਘਰ ਆ, ਉਹ ਹਾਂਜੀ ਬਾਬਾ ਜੀ ਦਾ
हाँ जी, वो आई थिंक इंटरनेट थोड़ा जिहा कटिया गया है, कोई गल नहीं। डॉक्टर इत्थे गुरी बाजवा जी कहते कि जदों बंदा मर जाता है फिर काहनूं इन्नियां रस्मां करदे हो, वो भी मानसिक रोग हो सकता जी? नहीं, ਉਹਨੂੰ ਵੀ ਇੱਕ ਕਿਸਮ ਦਾ ਟ੍ਰੀਟਮੈਂਟ ਹੈ। ਜਿਹੜੀਆਂ ਰਸਮਾਂ ਕਰਦੇ ਨੇ ਉਹ ਟ੍ਰੀਟਮੈਂਟ ਆ। ਦੇਖੋ ਜਿਸ ਘਰ ਦੇ ਵਿੱਚ ਡੈਥ ਹੁੰਦੀ ਆ, ਮੌਤ ਹੁੰਦੀ ਆ, ਔਰ ਜਿਹਨੇ ਮੌਤ ਦੇਖੀ ਨਾ ਹੋਵੇ ਉਹਦੇ ਲਈ ਤੇ ਇਹ ਬੜੀ ਅਜੀਬ ਗੱਲ ਹੁੰਦੀ ਆ। ਔਰ ਉਹ ਜਿਹੜਾ ਰਸਮਾਂ ਨੇ, ਅਸੀਂ ਹਰ ਚੀਜ਼ ਨੂੰ ਕੰਡੈਮ ਨਹੀਂ ਕਰਨਾ। ਉਹ ਜਿਹੜੀਆਂ ਰਸਮਾਂ ਨੇ ਉਹਨਾਂ ਦੇ ਨਾਲ ਉਹ ਜਿਹੜੇ ਘਰ ਦੇ ਜੀ ਆ, ਜੇ ਉਹ ਜਿੱਦਾਂ ਸੰਸਕਾਰ ਕੀਤਾ ਜਾਂਦਾ ਉੱਥੇ ਜਾ ਕੇ ਅਰਦਾਸ ਕਰਦੇ ਆ ਜਾਂ ਕੁਝ ਵੀ ਕਰਦੇ ਆ, ਤੇ ਉਹ ਜਿਹੜੇ ਭੋਲੇ ਭਾਲੇ ਲੋਕ ਹੁੰਦੇ ਨੇ ਉਹਨਾਂ ਨੂੰ ਇਹ ਅਹਿਸਾਸ ਹੋ ਜਾਂਦਾ ਸਾਡੇ ਪਿਤਾ ਜੀ, ਸਾਡੇ ਮਾਤਾ ਜੀ ਜਾਂ ਸਾਡਾ ਜਿਹੜਾ ਜੀ ਗਿਆ ਵਾ ਉਹਦੀ ਅਰਦਾਸ ਹੋ ਗਈ ਆ। ਉਹ ਥੋੜਾ ਜਿਹਾ 10% ਉਹ ਘਟ ਜਾਂਦਾ, ਉਹਨਾਂ ਦਾ ਜਿਹੜਾ ਉਹ ਵਿਰਾਗ ਹੁੰਦਾ ਉਹ ਘਟ ਜਾਂਦਾ। ਘਰੇ ਆ ਕੇ ਫਿਰ ਹੋਰ ਰਸਮਾਂ ਕਰਦੇ ਨੇ। ਉਹ ਜਿੰਨੀਆਂ ਸਾਦਾ ਕੀਤੀਆਂ ਜਾਣ ਮੈਂ ਕਹਿੰਦਾ ਉਨਾ ਹੀ ਬਿਹਤਰ ਹੈ। ਜਿਹੜਾ ਅਫਸੋਸ ਕਰਨਾ ਦੇ ਉਹਨਾਂ ਨੇ ਉਹਨੂੰ ਖੜਾ ਤਾਂ ਕਰ ਨਹੀਂ ਦੇਣਾ। ਉਹ ਇਸੇ ਲਈ ਆਉਂਦੇ ਨੇ ਕਿ ਉਹਦੇ ਨਾਲ ਉਹਨੂੰ ਬਹੁਤ ਸਾਰਾ ਰਾਹਤ ਮਿਲਦੀ ਆ, ਬਈ ਉਹ ਨੋਰਮਲ ਜ਼ਿੰਦਗੀ ਦੇ ਵਿੱਚ ਆ ਜਾਂਦੇ ਨੇ। 1 ਮਹੀਨੇ ਬਾਅਦ ਉਹ ਹੌਲੀ ਹੌਲੀ ਉਹ ਉਸ ਨੋਰਮਲ ਪੋਜੀਸ਼ਨ ਦੇ ਵਿੱਚ ਆ ਜਾਂਦੇ। ਇਹ ਗੱਲਾਂ ਮੇਰੇ ਹਿਸਾਬ ਨਾਲ ਇੰਨੀਆਂ ਮਾੜੀਆਂ ਨਹੀਂ ਹੈਗੀਆਂ। ਅਸੀਂ ਉੱਥੇ ਸਟਕ ਕਰਨਾ ਵਾ ਜਿੱਥੇ ਗੁੰਮਰਾਹ ਕੀਤਾ ਜਾਂਦਾ। ਜੇ ਪੰਡਤ ਕਵੇ ਵੀ ਕੋਈ ਕਵੇ, ਕੋਈ ਧਾਰਮਿਕ ਨੇਤਾ ਕਵੇ ਵੀ ਇਹਦੀ ਗਤੀ ਨਹੀਂ ਹੋਣੀ, ਜਿੰਨਾ ਚਿਰ ਤੁਸੀਂ ਆਹ ਚੀਜ਼ ਨਹੀਂ ਕਰਵਾਉਂਦੇ ਇਹਦੀ ਗਤੀ ਨਹੀਂ ਹੋਣੀ, ਉੱਥੇ ਅਸੀਂ ਵਿਰੋਧ ਕਰਾਂਗੇ। ਜਿੱਥੇ ਪੈਸੇ ਦੀ ਲੁੱਟ ਹੁੰਦੀ ਆ ਉੱਥੇ ਅਸੀਂ ਵਿਰੋਧ ਕਰਾਂਗੇ। ਜਿਹੜੀਆਂ ਨਾਰਮਲ ਰਸਮਾਂ ਨੇ, ਅਰਦਾਸ ਕਰਵਾ ਲਈ, ਕੁਝ ਹੋਰ ਹੋ ਗਿਆ, ਕਿਰਿਆ ਹੋ ਗਈ, ਕੋਈ ਘੜਾ ਫੋੜ ਦਿੱਤਾ, ਇਹ ਚੀਜ਼ਾਂ ਹੈ ਤਾਂ ਸਾਇੰਟੀਫਿਕ ਨਹੀਂ ਹੈਗੀਆਂ, ਸਾਇੰਟੀਫਿਕ ਨਹੀਂ ਹੈਗੀਆਂ। ਪਰ ਜਿਹੜੇ ਘਰ ਦੇ ਜੀ ਨੇ, ਜਿਹੜੇ ਉਹਨਾਂ ਦੇ ਮਿੱਤਰ ਪਿਆਰੇ ਨੇ, ਉਹਨਾਂ ਨੂੰ ਨਾਰਮਲ ਸਟ੍ਰੀਮ 'ਚ ਲੈ ਕੇ ਆਉਣ ਲਈ ਇਹ ਚੀਜ਼ਾਂ ਸਹਾਇਕ ਹੁੰਦੀਆਂ। ਮੈਂ ਖੁਦ ਦੇਖਿਆ, ਅਸੀਂ ਵਿਚਰਦੇ ਹਾਂ, ਅਸੀਂ ਵੀ ਸਮਾਜ ਦਾ ਹਿੱਸਾ। ਅਸੀਂ ਉੱਥੇ ਨਹੀਂ, ਕਦੀ ਨਹੀਂ ਉਹਨਾਂ ਨੂੰ ਕਿਹਾ ਵੀ ਆਹ ਨਾ ਕਰੋ, ਉਹ ਨਾ ਕਰੋ, ਪਖੰਡ ਨਾ ਕਰੋ। ਉਹਨਾਂ ਨੂੰ ਇਹ ਕਹੀਦਾ ਐਵੇਂ ਹੱਡੀ ਚੁੱਕ ਕੇ ਲਈ ਜਾਂਦੇ ਆ, ਇਹਦਾ ਕੀ ਫਾਇਦਾ। ਜਾਂ ਜਿੱਥੇ ਉਹ ਪਿਆਰ ਸੀਗਾ ਉੱਥੇ ਲੈ ਕੇ ਜਾਣਾ ਜੀ ਗੁਰੂ ਗ੍ਰੰਥ ਸਾਹਿਬ, ਉੱਥੇ ਮੱਥਾ ਟਿਕਾਣਾ, ਉੱਥੇ ਸਾਰਾ ਕੁਝ ਕਰਨਾ। ਇਹ ਚੀਜ਼ਾਂ ਦਾ ਅਸੀਂ ਉਹਨਾਂ ਨੂੰ ਦੱਸੀਦਾ ਵੀ ਇਹਦਾ ਲੌਜਿਕ ਨਹੀਂ ਹੈ। ਹਾਂਜੀ, ਜਿਹੜੀਆਂ ਚੀਜ਼ਾਂ ਅਨਵਾਂਟਡ ਨੇ, ਤੁਸੀਂ ਬੇਸਾਬਾ ਖਰਚ ਕਰਦੇ ਹੋ, ਉਹਦੇ ਤੋਂ ਰੋਕੀਦਾ। ਆਂਢ ਗੁਆਂਢ 'ਚ ਹੁੰਦੀਆਂ ਨੇ ਮੌਤਾਂ, ਸਮਝਾਈਦਾ ਉਹਨਾਂ ਨੂੰ। ਜਿਹੜੇ ਕੁਝ ਲੋਕ ਸਮਝ ਜਾਂਦੇ ਆ, ਕੁਝ ਨਹੀਂ ਸਮਝਦੇ, ਫਿਰ ਉੱਥੇ ਸਿਰ ਅੜਾਉਣ ਦੀ ਲੋੜ ਨਹੀਂ। ਜਿਹੜੀ ਚੀਜ਼ ਹੋ ਨਹੀਂ ਸਕਦੀ, ਤਾਂਤਰਿਕ ਲੋਕ ਕਹਿੰਦੇ ਨੇ ਜਾਂ ਬਾਬੇ ਲੋਕ ਕਹਿੰਦੇ ਨੇ, ਜਿਹੜੀ ਚੀਜ਼ ਪੋਸੀਬਲ ਨਹੀਂ ਹੈਗੀ, ਔਰ ਉੱਥੇ ਅਸੀਂ ਰੋਕਦੇ ਹਾਂ ਕਿ ਵੀ ਨਹੀਂ ਭਾਈ ਇਹ ਨਾ ਕਰੋ। ਤੁਸੀਂ ਦੇਖੋ ਇਹ ਸਾਇੰਟੀਫਿਕ ਵਰਤਾਰਾ ਹੈਗਾ, ਸਾਇੰਟੀਫਿਕ ਵਰਤਾਰੇ ਦੇ ਵਿੱਚ ਜੇ ਤੁਸੀਂ ਲੰਘੋਗੇ ਤੇ ਇਹਦੇ ਤੋਂ ਹੱਲ ਹੋ ਜਾਏਗਾ। ਹੁਣ ਜਿੱਦਾਂ ਬੱਚਿਆਂ ਦੀ ਹੈ, ਬੱਚੇ ਲਈ ਆਉਂਦੇ ਆ, ਬੱਚੇ ਲਈ ਆਉਂਦੇ ਨਹੀਂ ਮੈਂ ਉਸ ਬਾਬੇ ਕੋਲ, ਉਹ ਟਾਈਮ ਲਗਾ ਲੈਂਦੇ ਆ। ਉਹਨਾਂ ਦਾ ਮੇਜਰ ਜਿਹੜਾ ਪੀਕ ਹੁੰਦਾ ਬੱਚੇ ਪੈਦਾ ਕਰਨ ਦਾ, ਪੀਕ ਏਜ ਹੁੰਦੀ ਆ, ਉਹ ਕਈ ਵਾਰ ਲਗਾ ਹੀ ਲੈਂਦੇ ਆ ਉਸੇ ਵਰਤਾਰੇ ਦੇ ਵਿੱਚ। ਜਦੋਂ ਉਹਨਾਂ ਨੂੰ ਹੋਸ਼ ਆਉਂਦੀ ਆ ਉਦੋਂ ਉਹ ਟਾਈਮ ਲੰਘ ਚੁੱਕਾ ਹੁੰਦਾ। ਇਹ ਜ਼ਰੂਰੀ। ਹਾਂਜੀ ਹਾਂਜੀ, ਬਟ ਕਈ ਲੋਕੀ ਇਸ ਤਰ੍ਹਾਂ ਦਾ, ਡਾਕਟਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਹੈ ਕਿ ਉਹ ਇਸ ਤਰ੍ਹਾਂ ਉਸ ਚੀਜ਼ ਨੂੰ ਬਿਆਨ ਕਰਦੇ ਆ ਕਿ ਉਹਨਾਂ ਨੇ ਭੂਤ ਅਸਲ ਵਿੱਚ ਵੇਖਿਆ ਆ, ਹੈ ਨਾ। ਹੁਣ ਜੇ ਅਸੀਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਹਾਂ, ਹੈ ਨਾ, ਚਲੋ ਅਸੀਂ ਕਹਿੰਦੇ ਹਾਂ ਕਿ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਅਸੀਂ ਮਤਲਬ ਕਿ ਅੰਧ ਵਿਸ਼ਵਾਸੀ ਹਾਂ, ਹੈ ਨਾ। ਈਵਨ ਕਿ ਵੈਸਟਰਨ ਕੰਟਰੀਜ਼ ਦੇ ਵਿੱਚ ਵੀ ਇੱਥੇ ਇੱਕ ਬਹੁਤ ਸਮਾਂ ਪਹਿਲਾਂ ਇੱਕ ਟੀਵੀ ਸ਼ੋਅ ਆਉਂਦਾ ਹੁੰਦਾ ਸੀਗਾ, ਤੇ ਉਹਦੇ ਵਿੱਚ ਉਹਦਾ ਨਾਂ ਹੀ ਮਤਲਬ ਕਿ ਸਕ੍ਰੀਮ ਸ਼ੋਅ ਰੱਖਿਆ ਸੀਗਾ ਉਹਦਾ ਨਾਂ। ਤੇ ਉਹਦੇ ਵਿੱਚ ਉਹ ਇਹੋ ਜਿਹੀਆਂ ਜਗ੍ਹਾ ਤੇ ਜਾਂਦੇ ਸੀ ਜਿਸ ਤਰ੍ਹਾਂ ਕੋਈ ਪੁਰਾਣਾ ਹਸਪੀਟਲ ਹੋ ਗਿਆ, ਹੈ ਨਾ, ਜਾਂ ਕੋਈ ਪੁਰਾਣੀ ਜੇਲ੍ਹ ਹੋ ਗਈ, ਪੁਰਾਣਾ ਕਬਰਸਤਾਨ ਹੋ ਗਿਆ। ਉੱਥੇ ਇੱਕ ਬੰਦੇ ਨੂੰ ਜਾਂ 2 ਬੰਦਿਆਂ ਨੂੰ ਭੇਜਦੇ ਸੀਗੇ ਤੇ ਉਹ ਉੱਥੇ ਜਾ ਕੇ ਫਿਰ ਮਹਿਸੂਸ ਕਰਦੇ ਸੀ ਕਿ ਇੱਥੇ ਹੁਣ ਆ ਜਿਹੜਾ ਕਾਰਨਰ ਆ ਉਹ ਬਹੁਤ ਜ਼ਿਆਦਾ ਠੰਡਾ ਹੈ, ਬਾਕੀ ਸਾਰੀ ਜਗ੍ਹਾ ਤੇ ਜਿਹੜੀ ਆ ਉਹ ਮਤਲਬ ਕਿ ਜਿਹੜਾ ਵਾਤਾਵਰਨ ਆ ਜਿਹੜਾ ਉਹ ਠੀਕ ਹੈਗਾ, ਟੈਂਪਰੇਚਰ ਸਾਰੀ ਬਿਲਡਿੰਗ ਦੇ ਵਿੱਚ ਠੀਕ ਆ, ਬਟ ਇਸ ਜਗ੍ਹਾ ਦੇ ਉੱਤੇ ਜਿਹੜਾ ਟੈਂਪਰੇਚਰ ਇੱਕਦਮ ਡ੍ਰੌਪ ਹੋ ਗਿਆ, ਇਟ ਮੀਨਸ ਇੱਥੇ ਭੂਤ ਦਾ ਵਸ ਹੈ। ਹਾਂਜੀ, ਸਮਝੀਏ ਕਲਾਈਮੇਟਿਕ ਚੇਂਜਸ ਹੁੰਦੀਆਂ ਨੇ, ਕਲਾਈਮੇਟਿਕ ਚੇਂਜਸ ਹੁੰਦੀਆਂ, ਪਹਾੜਾਂ ਦੇ ਉੱਤੇ ਬੜਾ ਕੁਝ ਹੁੰਦਾ। ਤੁਸੀਂ ਦੇਖਿਆ ਹੋਣਾ ਪੰਜਾਬ ਦੇ ਵਿੱਚ ਹਿਮਾਚਲ ਵਾਲੀ ਸਾਈਡ ਦੇ ਉੱਤੇ ਕੁਝ ਜਗ੍ਹਾ ਦੇ ਉੱਤੇ ਗਰਮ ਪਾਣੀ ਦੇ ਚਸ਼ਮੇ ਲੱਗਦੇ ਆ, ਔਰ ਉੱਥੇ ਕਈ ਧਾਰਮਿਕ ਸਥਾਨ ਬਣਾਏ ਹੋਏ ਆ, ਮੈਂ ਨਾਂ ਨਹੀਂ ਲਵਾਂਗਾ, ਧਾਰਮਿਕ ਸਥਾਨ। ਤੁਸੀਂ ਉਹ ਦੇਖੋ ਵੀ ਜੇ ਤੁਸੀਂ ਉਹ ਖੋਜਣ ਤੁਰ ਪਵੋ, ਉਹ ਦਰਿਆ ਦੇ ਨਾਲ ਨਾਲ ਤੁਰੇ ਜਾਓ
ਤੇ ਬਹੁਤ ਜਗ੍ਹਾ ਉਹੋ ਜਿਹੇ ਚਸ਼ਮੇ ਆ। ਉਹ ਸਾਰੀ ਜਗ੍ਹਾ ਤੇ ਉਹਨਾਂ ਬਣਾਉਣਾ ਨਹੀਂ ਹੈ, ਜਿਹਨੇ ਬਣਾਉਣਾ ਉਹ ਉੱਥੇ ਬਣਾ ਲਿਆ। ਇੱਥੇ ਜੀ ਫਲਾਣੇ ਗੁਰੂ ਸਾਹਿਬ ਆਏ ਸੀ, ਫਲਾਣੇ ਆਏ ਸੀਗੇ, ਉਹ ਜਿਹੜੇ ਵੱਡੇ ਵਡੇਰੇ ਆਏ ਸੀ। ਮਤਲਬ ਇਹ ਕੁਦਰਤੀ ਵਰਤਾਰੇ ਹੁੰਦੇ ਨੇ। ਠੰਡ ਹੋ ਜਾਣੀ, ਕਿਤੇ ਕਿਤੇ ਬਰਫ਼ ਘੱਟੀ ਹੋ ਜਾਣੀ, ਜਾਂ ਕਿਤੇ ਕੁਝ ਇਹੋ ਜਿਹਾ ਹੋ ਜਾਣਾ, ਇਹ ਕੁਦਰਤੀ ਵਰਤਾਰੇ ਆ। ਜਿੱਥੋਂ ਤੱਕ ਮਾਨਸਿਕ ਵਿਕਾਰਾਂ ਦੀ ਗੱਲ ਆ, ਆਪਾਂ ਮਾਨਸਿਕ ਵਿਕਾਰਾਂ ਤੇ ਗੱਲ ਕਰਦੇ ਹਾਂ। ਇੱਕ ਮੇਰੇ ਕੋਲ ਇੱਥੇ ਲੜਕੀ ਆਈ ਨਾਲ ਹੀ ਮੋਗਾ ਜ਼ਿਲ੍ਹਾ, ਤੇ ਉੱਥੋਂ ਉਹ MA ਕੀਤੀ ਹੋਈ ਸੀ ਉਹਨੇ, ਔਰ ਉਹਨੂੰ ਪ੍ਰੋਬਲਮ ਸੀ। ਉਹ ਬੜੇ ਪੜ੍ਹੀ ਲਿਖੀ ਫੈਮਿਲੀ ਸੀਗੀ, ਔਰ ਉਹਨੂੰ ਪ੍ਰੋਬਲਮ ਸੀ ਜਿਹੜੀ ਵੀ ਉਹ ਕਹਿ ਰਿਹਾ ਸੀ ਕਿ ਵੀ ਇਹਨੂੰ ਬਾਰ-ਬਾਰ ਲੱਗਦਾ ਕਿ ਮੈਨੂੰ ਬਾਥਰੂਮ ਆ ਰਿਹਾ, ਔਰ ਇਹਦੇ ਕੱਪੜਿਆਂ ਦੇ ਵਿੱਚ ਬਾਥਰੂਮ ਲੱਗਦਾ। ਹਾਂਜੀ, ਔਰ ਉਹਨੂੰ ਟਾਇਲਟ ਨਹੀਂ ਸੀ ਆਉਂਦੀ, ਘੰਟਾ ਟਾਇਲਟ ਬੈਠੀ ਰਹਿੰਦੀ ਸੀ। ਵਹਿਮ ਹੋਇਆ ਸੀਗਾ। ਲੜਕੀ ਜਵਾਨ ਹੋ ਗਈ, ਉਹ ਕਹਿੰਦੇ ਹੁਣ ਇਹਦਾ ਕੀ ਕਰੀਏ, ਅਸੀਂ ਕੀ ਕਰੀਏ। ਇੱਧਰ ਉੱਧਰ ਮਾੜਾ ਮੋਟਾ ਗਏ ਲੁਕੋ ਛੁਪੋ ਕੇ, ਕਿਉਂਕਿ ਇਹਦੇ ਜਿਹੜੇ ਹੁੰਦੇ ਆ ਅੱਛੇ ਪਰਿਵਾਰ, ਤੇ ਉਹ ਜੇ ਕਿਸੇ ਤਾਂਤਰਿਕ ਕੋਲ ਵੀ ਜਾਂਦੇ ਆ ਤੇ ਉਹ ਬੜਾ ਲੁਕ ਛੁਪ ਕੇ ਜਾਂਦੇ ਆ। ਔਰ ਉਹ ਗਏ ਅਖੀਰ ਤੇ ਕਿਸੇ ਨੇ ਉਹਨਾਂ ਨੂੰ ਸਾਡੇ ਕੋਲ ਰੈਫਰ ਕੀਤਾ, ਤੇ ਅਸੀਂ ਦੇਖਿਆ ਵੀ ਪਿਓਰਲੀ ਮਾਨਸਿਕ ਸੀ। ਜਦੋਂ ਮੈਂ ਉਹਨੂੰ ਪੂਰੀਆਂ ਗੱਲਾਂ ਦੱਸੀਆਂ ਉਸ ਕੁੜੀ ਨੂੰ ਵੀ ਬੇਟੇ ਏਦਾਂ ਹੋ ਸਕਦਾ, ਤੇਰੇ ਨਾਲ ਏਦਾਂ ਹੁੰਦਾ, ਜਦੋਂ ਉਹਨੂੰ ਮੈਂ ਸਿੰਪਟਮਸ ਦੱਸੇ, ਹੋਮਿਓਪੈਥੀ ਦੇ ਅਕੋਰਡਿੰਗ ਸਿੰਪਟਮ ਦੱਸੇ ਵੀ ਏਦਾਂ ਵੀ ਹੁੰਦਾ, ਫਿਰ ਉਹਨੂੰ ਮੈਂ ਆ ਸਕਰੀਨ ਦੇ ਉੱਤੇ ਗ੍ਰਾਫਿਕਸ ਦਿਖਾਏ ਵੀ ਆਹ ਦੇਖੋ ਸਾਡੀ ਹੋਮਿਓਪੈਥੀ। ਜਿਹੜੇ ਵੀਰ ਨੇ ਕਮੈਂਟ ਕੀਤਾ ਵੀ ਭੂਤ ਹੁੰਦੇ ਨੇ, ਤੁਸੀਂ ਹੋਮਿਓਪੈਥੀ ਦੇ ਗ੍ਰਾਫਿਕਸ ਖੋਲ ਕੇ ਦੇਖੋ, ਮਾਈਂਡ ਵਾਲਾ ਚੈਪਟਰ ਖੋਲ ਕੇ ਦੇਖੋ, ਉਹਦੇ ਵਿੱਚ ਡਿਲੂਜਨ ਦੇਖੋ, ਇਲੂਜਨ ਵਾਲਾ ਚੈਪਟਰ ਦੇਖੋ, ਉੱਥੇ ਦੇਖੋ ਲਿਖਿਆ ਹੋਇਆ ਹੈ ਗੋਸਟ, ਸੀ ਗੋਸਟ ਐਟ ਨਾਈਟ, ਸੀ ਗੋਸਟ ਇਜ਼ ਵਿਦ ਹਰ, ਉਹਦੇ ਨਾਲ ਬੈੱਡ ਦੇ ਵਿੱਚ ਪਿਆ ਗੋਸਟ, ਉਹ ਦੇਖ ਰਿਹਾ, ਉਹਦੇ ਸਿੰਗ ਲੱਗੇ ਹੋਇਆ। ਜੋ ਕੁਝ ਬਿਆਨ ਕੀਤਾ ਜਾਂਦਾ ਬਾਹਰੀ ਤੌਰ ਤੇ, ਮਾਈਂਡ ਦੇ ਵਿੱਚ ਇੱਕ ਉਹਦਾ ਇਮੇਜ ਬਣ ਜਾਂਦਾ, ਔਰ ਉਹ ਇਮੇਜ ਬਣਿਆ ਹੋਇਆ ਰਾਤ ਨੂੰ ਉਹ ਜਿਹੜੀਆਂ ਟਰਪਟ ਫਾਈਲਾਂ ਨੇ ਉਹ ਸੁੱਤਿਆ ਪਿਆ ਉਹ ਖੁੱਲਦੀਆਂ ਨੇ, ਔਰ ਉਹਨੂੰ ਏਦਾਂ ਮਹਿਸੂਸ ਹੁੰਦਾ ਰਹਿੰਦਾ। ਉਹ ਅਚੇਤ ਜਿਹੜਾ ਸਚੇਤ ਮਨ ਦੇ ਵਿੱਚ ਉਹ ਫੀਡ ਹੋਇਆ, ਜਾਗਦਿਆਂ ਉਹਨਾਂ ਦੇਖਿਆ, ਉਹ ਗੱਲਾਂ ਸੁਣੀਆਂ ਨੇ ਸਾਰੀਆਂ, ਤੇ ਉਹ ਜਿਹੜਾ ਅਚੇਤ ਮਨ ਹੁੰਦਾ, ਜਿਹੜਾ ਉਹ ਸੁੱਤਿਆ ਪਿਆ ਉਹ ਖੁੱਲਦਾ, ਉੱਥੋਂ ਫਾਈਲਾਂ ਖੁੱਲਦੀਆਂ ਨੇ, ਤੇ ਉਹਨੂੰ ਮਹਿਸੂਸ ਹੁੰਦਾ ਕਿ ਵੀ ਉਹ ਚੀਜ਼ ਜਿਹੜੀ ਜਿਹਦੇ ਗੱਲ ਹੋ ਰਹੀ ਸੀਗੀ ਉਹ ਹੁਣ ਉਹ ਮੇਰੇ ਨਾਲ ਵਾਪਰ ਰਹੀ ਇਸ ਤਰ੍ਹਾਂ। ਡਾਕਟਰ ਸਾਹਿਬ, ਇੱਥੇ ਰਜਿੰਦਰ ਕੌਰ ਜੀ ਨੇ ਇੱਕ ਸਵਾਲ ਭੇਜਿਆ, ਉਹ ਕਹਿੰਦੇ ਕਿ ਵੇਖੋ ਜੀ, ਜਿੱਥੇ ਮਸ਼ੀਨਾਂ ਵਿੱਚ ਜਲਾਏ ਜਾਂਦੇ, ਉੱਥੇ ਘੜੇ ਵਾਲੀ ਜਾਂ ਪੁੱਤਰ ਜਾਂ ਪਿਓ ਨੂੰ ਸਾੜਨ ਲਈ ਉਹਨਾਂ ਦੇ ਆਪਣੇ ਪਿਓ ਜਾਂ ਪੁੱਤਰ ਨਹੀਂ ਹੁੰਦੇ, ਉੱਥੇ ਕੀ ਉਹਨਾਂ ਦੀ ਗਤੀ ਨਹੀਂ ਹੋਵੇਗੀ? ਬਿਲਕੁਲ ਇਹਨਾਂ ਦੇ ਜਿਹੜਾ ਸਵਾਲ ਦੇ ਵਿੱਚ ਹੀ ਇਹਨਾਂ ਦੇ ਜਵਾਬ ਆ, ਹੈਨਾ, ਕਿ ਜਿਹੜਾ ਹੈਨਾ ਜਿੱਥੇ ਕਿ ਲੋਕੀ ਕਹਿੰਦੇ। ਹਾਂਜੀ, ਹੁਣ ਦੇਖੋ ਇੱਥੇ ਖਾਸ ਤੌਰ ਤੇ, ਚਲੋ ਹੁਣ ਤਾਂ ਇੰਡੀਆ ਵਿੱਚ ਵੀ ਵੱਡੇ ਸ਼ਹਿਰਾਂ ਵਿੱਚ ਸ਼ੁਰੂ ਹੋ ਗਿਆ, ਵੈਸੇ ਵੈਸਟਰਨ ਕੰਟਰੀਜ਼ ਦੇ ਵਿੱਚ ਜਿੱਥੇ ਕ੍ਰਿਮੇਸ਼ਨ ਹੁੰਦੀ ਆ, ਉੱਥੇ ਤੇ ਕਿਸੇ ਨੂੰ ਕੋਈ ਹੱਥ ਨਹੀਂ ਲਾਉਂਦਾ, ਕੋਈ ਅੱਗ ਜਿਹੜੀ ਹੈ ਬਾਪ ਨੂੰ ਬੇਟਾ ਨਹੀਂ ਲਗਾਉਂਦਾ, ਤੇ ਕੀ ਉਹਨਾਂ ਦੀ ਕਿਸੇ ਦੀ ਗਤੀ ਨਹੀਂ ਹੁੰਦੀ? ਬਿਲਕੁਲ ਜੀ, ਉਹ ਤੇ ਡੱਬੇ 'ਚ ਬੰਦ ਕਰਕੇ ਅੰਦਰ ਪੁਸ਼ ਕਰ ਦਿੰਦੇ। ਮੈਂ ਇੱਕ ਦੱਸਣਾ ਚਾਹਾਂਗਾ ਕਿ ਅਮੂਮਨ ਤੌਰ ਤੇ ਜਿਹੜੀਆਂ ਅਸਥੀਆਂ ਨੇ ਉੱਥੋਂ ਇੰਗਲੈਂਡ ਤੋਂ, ਤੁਹਾਡੇ ਆਸਟ੍ਰੇਲੀਆ ਤੋਂ, ਜਾਂ ਜਿੰਨੇ ਯੂਰਪੀਅਨ ਕੰਟਰੀ ਆ, ਉੱਥੋਂ ਅਸਥੀਆਂ ਜਦੋਂ ਕਿਸੇ ਬੰਦੇ ਨੇ ਆਉਣਾ ਹੁੰਦਾ ਉਹਦੇ ਲੈ ਕੇ ਆਉਂਦੇ, ਕਈ ਵਾਰ 6 ਮਹੀਨੇ ਪਈਆਂ ਰਹਿੰਦੀਆਂ। ਹੁਣ ਫਰਵਰੀ ਦਾ ਲਾਕਡਾਊਨ ਹੋਇਆ, ਤੇ ਜਿਹੜੇ ਅਕਤੂਬਰ ਨਵੰਬਰ ਵਾਲੇ ਆ, ਪਿਛਲੇ ਅਗਸਤ ਸਤੰਬਰ ਅਕਤੂਬਰ ਵਾਲੇ ਆ, ਉਹ ਉਡੀਕ ਰਿਹਾ ਸੀ ਵੀ ਅਸੀਂ ਫਰਵਰੀ 'ਚ ਜਾਣਾ, ਉਹਦੇ ਲਾਕਡਾਊਨ ਹੋ ਗਿਆ। ਤੇ ਇਹਦਾ ਮਤਲਬ 1 ਸਾਲ ਜੇ ਅੱਗੇ ਹੋਰ ਲਾਕਡਾਊਨ ਚੱਲਦਾ ਹੈ, ਤੇ ਇਹਦਾ ਮਤਲਬ ਉਹਨਾਂ ਦੀ ਗਤੀ ਤੇ ਫਿਰ ਉਨੀ ਦੇਰ ਤੇ ਉਹ ਅਟਕੇ ਹੀ ਰਹਿਣਗੇ। ਇਹ ਕਿਸੇ ਤਰ੍ਹਾਂ ਨਹੀਂ ਹੁੰਦਾ ਹੈਗਾ। ਤਕਰੀਬਨ ਜਿਹੜਾ ਹੈਗਾ ਪੜ੍ਹੇ ਲਿਖੇ ਲੋਕ ਇਸ ਚੀਜ਼ ਨੂੰ ਸਮਝਦੇ ਆ ਕਿ ਉਹ ਅਸਥੀਆਂ ਤੇ ਉੱਥੇ ਪਈਆਂ, ਜਦੋਂ ਉਹਨਾਂ ਨੇ ਆਉਣਾ ਵਾ ਇੰਡੀਆ, ਉਹ ਲੈ ਆਉਣੀ ਆ। ਮਤਲਬ ਇੱਕ ਰਿਸ਼ਤੇਦਾਰਾਂ ਨੂੰ, ਇੱਥੇ ਵਾਲੇ ਰਿਸ਼ਤੇਦਾਰਾਂ ਨੂੰ ਦੱਸਣਾ ਹੁੰਦਾ ਕਿ ਵੀ ਅਸੀਂ ਹਾਂ ਜੀ ਅਸਥੀਆਂ ਅਸੀਂ ਉੱਥੇ ਫਲਾਨੀ ਜਗ੍ਹਾ ਦੇ ਉੱਤੇ ਪ੍ਰਵਾਹ ਕਰ ਦਿੱਤੀਆਂ ਗਈਆਂ। ਤੇ ਇਹ ਤਾਂ ਕੋਈ ਡਾਕਟਰ ਸਾਹਿਬ ਹੋਰ ਵੀ ਆ ਕਿ ਜਦੋਂ ਅਸਥੀਆਂ ਇੰਡੀਆ ਦੇ ਵਿੱਚ ਲੈ ਕੇ ਜਾਂਦੇ ਨੇ, ਤੇ ਉਦੋਂ ਕਹਿੰਦੇ ਕਿ ਉਹ ਬਕਾਇਦਾ ਉਹਦੀ ਇੱਕ ਸੀਟ ਬੁੱਕ ਕਰਦੇ ਨੇ, ਹੈਨਾ, ਤੇ ਕਾਰ ਦੇ ਵਿੱਚ ਵੀ ਜੇ ਜਾਣਾ ਹੈ ਤੇ ਉਹਨੂੰ ਕਾਰ ਦੀ ਸੀਟ ਦੇ ਉੱਪਰ ਕਿ ਉੱਥੇ ਹੋਰ ਨਹੀਂ ਕੋਈ ਬੈਠ ਸਕਦਾ। ਹੁਣ ਜਦੋਂ ਲੋਕੀ ਬਾਹਰਲੇ ਦੇਸ਼ਾਂ ਤੋਂ ਲੈ ਕੇ ਜਾਂਦੇ ਨੇ, ਉਦੋਂ ਕੋਈ ਟਿਕਟ ਬੁੱਕ ਨਹੀਂ ਕਰਦਾ। ਹਾਂਜੀ, ਸੋ ਇਹ ਸਾਰੇ ਮੰਨਦੇ
ਵਹਿਮ ਨੇ ਔਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਜਿਹੜੀਆਂ ਉਹ ਬਿਨਾਂ ਮਤਲਬ ਤੋਂ ਜੋੜੀਆਂ ਹੋਈਆਂ ਔਰ ਇਸੇ ਤਰ੍ਹਾਂ ਹੀ ਜਿਹੜਾ ਭੂਤਾਂ ਦੀ ਗੱਲ ਆ ਕਿ ਅਸਲ ਵਿੱਚ ਭੂਤ ਹੁੰਦੇ ਨਹੀਂ, ਇਹ ਮਾਨਸਿਕ ਦਸ਼ਾ ਹੈ ਇਨਸਾਨ ਦੀ। 10 ਸਾਲ ਪਹਿਲਾਂ ਸ਼ਮਾ ਜੀ ਸਾਡੇ ਕੋਲ ਇੱਕ ਇੱਥੇ ਆਦਮੀ ਆਇਆ ਔਰ ਉਹਦੇ ਘਰ ਦੇ ਲੈ ਕੇ ਆਏ ਉਹਨੂੰ ਔਰ ਉਹ ਕਹਿੰਦੇ ਜੀ ਇਹਨੂੰ ਬੜੀਆਂ ਭੂਤਾਂ ਪ੍ਰੇਤਾਂ ਚਿੰਬੜੀਆਂ ਹੋਈਆਂ। ਔਰ ਜਦੋਂ ਮੈਂ ਉਹਨੂੰ ਕਿਹਾ ਬਈ ਭਾਈ ਤੇਰੇ ਮਨ ਦਾ ਵਹਿਮ ਹੈ, ਤੈਨੂੰ ਕੁਛ ਨਹੀਂ ਹੈਗਾ, ਉਹ ਮੈਨੂੰ ਕਹਿੰਦਾ ਮੈਂ ਤਾਂ ਭੂਤਾਂ ਪ੍ਰੇਤਾਂ ਦਾ ਇਲਾਜ ਕਰਾਉਣਾ, ਮੈਂ ਗੱਲਾਂ ਥੋੜੀ ਸੁਣਨਾ। ਫਿਰ ਮੈਂ ਉਹਨੂੰ ਹੋਰ ਤਰ੍ਹਾਂ ਪ੍ਰੈਜੈਂਟ ਕੀਤਾ, ਹਾਂ ਤੇਰੀਆਂ ਭੂਤਾਂ ਪ੍ਰੇਤਾਂ ਅਸੀਂ ਕੱਢ ਦਿੰਦੇ ਹਾਂ। ਔਰ ਫਿਰ ਮੈਂ ਸਲਾਹ ਕੀਤੀ, ਆਪਣੇ ਦੋਸਤ ਇੱਕ ਤਰਕਸ਼ੀਲ ਸੀਗਾ, ਉਹਨੂੰ ਮੈਂ ਕਿਹਾ ਵੀ ਕਿੱਦਾਂ ਕਰੀਏ। ਉਹ ਕਹਿੰਦਾ ਵੀ ਬਸ ਇਹਨੂੰ ਇਸ ਤਰੀਕੇ ਨਾਲ ਕਰਨਾ। ਅਸੀਂ ਉਹਦੇ ਪਿੱਛੇ ਇੱਕ ਉਹਨੂੰ ਲਟਾ ਕੇ ਤੇ ਉਹਨੂੰ ਹਿਪਨੋਟਾਈਜ਼ ਕਰਕੇ ਉਹਦੇ ਪਿੱਛੇ ਇੱਕ ਦਰਿਆ ਖੜਾ ਕਰ ਦਿੱਤਾ, ਦਰਿਆ। ਔਰ ਉਹਨੂੰ ਕਿਹਾ ਵੀ ਇਹ ਤੇਰੇ ਸਾਹਮਣੇ ਆ ਗਈਆਂ ਨੇ, ਹੁਣ ਇਹ ਸ਼ੈਆਂ ਜਿਹੜੀਆਂ ਅਸੀਂ ਤੈਨੂੰ ਚਿੰਬੜੀਆਂ ਹੋਈਆਂ ਤੇਰੇ ਸਾਹਮਣੇ ਖੜੀਆਂ, ਦੇਖੋ ਰੇਤਾ ਦੇ ਉੱਤੇ ਖੜੀਆਂ। ਉਹ ਕਹਿੰਦਾ ਬਿਲਕੁਲ ਖੜੀਆਂ, ਉਹ ਬੋਲ ਰਿਹਾ ਸੀ ਖੜੀਆਂ। ਔਰ ਉਹਨੂੰ ਅਸੀਂ ਕਿਹਾ ਵੀ ਤੁਸੀਂ ਸਾਰੀਆਂ ਦਰਿਆ ਦੇ ਵਿੱਚ ਭੱਜ ਕੇ ਡੁੱਬ ਜਾਓ। ਉਹ ਜਦੋਂ ਉਹ ਛਾਂ ਭੱਜ ਕੇ ਦਰਿਆ ਦੇ ਵਿੱਚ ਡੁੱਬੀਆਂ, ਉਹਨੇ ਇੰਨਾ ਜ਼ਿਆਦਾ ਰੌਲਾ ਪਾਇਆ ਕਿ ਨਾਲ ਦੇ ਜਿਹੜੇ ਸਾਡੇ ਸੈਂਟਰ ਦੇ ਮੈਡੀਕਲ ਸੈਂਟਰ ਦੇ ਲਾਗੇ ਲੋਕ ਸੀ, ਗੁਆਂਢੀ ਸੀ, ਦੁਕਾਨਦਾਰ ਸੀ, ਉਹ ਵੀ ਆ ਗਏ, ਬਾਹਰ ਖੜੇ ਹੋ ਗਏ। ਤੇ ਮਿਸਿਸ ਮੇਰੇ ਉੱਤੋਂ ਉਤਰ ਕੇ ਥੱਲੇ ਆ ਗਏ, ਕਹਿੰਦੇ ਹੋਇਆ ਕਿ ਤੁਸੀਂ ਕੀ ਡਰਾਮਾ ਬਣਾਇਆ, ਤੇ ਇਹ ਬੰਦੇ ਨੂੰ ਕੁਝ ਹੋ ਗਿਆ। ਤੇ ਫਿਰ ਮੈਂ ਕਿਹਾ ਇਹਨੂੰ ਕੁਛ ਨਹੀਂ ਹੋਣਾ। ਉਹਨੇ ਬਹੁਤ ਜ਼ੋਰ ਦੀ ਅੜਾਟ ਪਾਇਆ, ਬਹੁਤ ਜ਼ੋਰ ਦੀ ਰੌਲਾ ਪਾਇਆ। ਫਿਰ ਜਦੋਂ ਉਹਨੂੰ ਹੋਸ਼ ਆਈ, ਉਹ ਕਹਿੰਦਾ ਵੀ ਵੱਡੇ ਵੱਡੇ ਤਾਂਤਰਿਕ ਦੇਖੇ, ਤੁਹਾਡੇ ਵਰਗਾ ਡਾਕਟਰ ਸਾਹਿਬ ਤਾਂਤਰਿਕ ਨਹੀਂ ਮੈਂ ਦੇਖਿਆ। ਇਹ ਸਹੀ ਬੰਦੇ ਨੇ ਹੱਥ ਪਾਇਆ, ਹੁਣ ਨਹੀਂ ਇਹ ਆਉਂਦੀਆਂ। ਹਾਂਜੀ ਡਾਕਟਰ ਸਾਹਿਬ ਆ ਗਏ ਵਾਪਸ। ਇੰਟਰਨੈਟ ਆਈ ਥਿੰਕ ਡਿਸਕਨੈਕਟ ਹੋ ਗਿਆ ਸੀਗਾ। ਡਾਕਟਰ ਸਾਹਿਬ ਦੇ ਭੂਤ ਨਹੀਂ, ਭੂਤ ਲੈ ਗਿਆ। ਮੈਂ ਕੱਲ ਡਾਕਟਰ ਕਮਲ ਨੂੰ ਕਹਿ ਰਿਹਾ ਸੀ ਵੀ ਅਟੈਕ ਇਹਨਾਂ ਨੇ ਭੂਤਾਂ ਨੇ ਕਰਨਾ ਹੀ ਕਰਨਾ ਵਾ, ਭਾਵੇਂ ਆਪੇ ਇੰਟਰਨੈਟ ਤੇ ਕਰਨਾ ਤੇ ਭਾਵੇਂ ਆਪਣੀਆਂ ਦਵਾਈਆਂ ਤੇ ਕਰਨਾ। ਮੈਂ ਗੱਲ ਦੱਸ ਰਿਹਾ ਹਾਂਜੀ ਹਾਂਜੀ ਬੋਲੋ ਭਾਜੀ। ਨਹੀਂ ਮੈਂ ਕਿਹਾ ਵੀ ਅਸਲ ਵਿੱਚ ਭੂਤ ਨੇ ਨਾ ਸਾਡੇ ਸਮੇਂ ਦੇ ਉੱਤੇ ਜਿਹੜਾ ਆ ਉਹ ਅਟੈਕ ਕਰ ਦਿੱਤਾ ਆ, ਕਿਉਂਕਿ ਅੱਜ ਸਾਨੂੰ ਇੱਕ ਕਨਫਿਊਜ਼ਨ ਹੋ ਗਈ ਆ ਕਿ ਤੁਹਾਡਾ ਪ੍ਰੋਗਰਾਮ ਜਿਹੜਾ ਆ ਉਹ ਅਸਲ ਵਿੱਚ 1 ਘੰਟਾ ਪਹਿਲਾਂ ਸ਼ੁਰੂ ਹੋਣਾ ਸੀ ਤੇ ਇਸ ਟਾਈਮ ਤੇ ਜਿਹੜਾ ਪ੍ਰੋਗਰਾਮ ਉਹ ਹੋਰ ਸੀਗਾ, ਉਹ ਜਿਹੜੇ ਨੇ ਉਹ ਦੂਸਰੇ ਵੇਟ ਕਰ ਰਹੇ। ਸਾਡੇ ਉੱਤੇ ਤੇ ਇੰਪੋਜ਼ ਕੀਤਾ ਤੁਸੀਂ, ਸਾਨੂੰ ਪੋਸਟਰ ਹੀ ਦੇਖ ਕੇ ਪਤਾ ਲੱਗਾ ਵੀ ਸਾਡਾ ਇਹ ਪ੍ਰੋਗਰਾਮ ਆ। ਐਕਚੁਅਲੀ ਵਿਸ਼ਾ ਤਾਂ ਮੇਰਾ ਕੋਈ ਹੋਰ ਸੀਗਾ, ਮੰਗਲਵਾਰ ਦਾ ਵਿਸ਼ਾ। ਉਹ ਚੰਦ ਜੀ ਕਹਿੰਦੇ ਨਹੀਂ ਜੀ ਨਹੀਂ, ਇਹ ਵਾਲਾ ਜ਼ਿਆਦਾ ਜ਼ਰੂਰੀ ਹੈ, ਤੁਸੀਂ ਇਹ ਵਾਲਾ ਕਰੋ। ਤੇ ਉਹ ਇਸੇ ਕਨਫਿਊਜ਼ਨ ਦੇ ਵਿੱਚ ਜਿਹੜਾ ਹੈ ਨਾ ਉਹ ਟਾਈਮ ਦਾ ਵੀ ਜਿਹੜਾ ਉਹ ਫਰਕ ਲੱਗ ਗਿਆ। ਤੇ ਅਸੀਂ ਕੋਈ ਗੱਲ ਨਹੀਂ, ਇਹ ਜਿਹੜਾ ਵਿਸ਼ਾ ਬਹੁਤ ਮਤਲਬ ਕਿ ਵਿਸ਼ਾਲ ਵਿਸ਼ਾ ਆ, ਇਹਨੂੰ ਇੱਕ ਦਿਨ ਦੇ ਵਿੱਚ ਅਸੀਂ ਨਹੀਂ ਸਾਂਭ ਸਕਦੇ। ਤੇ ਕੋਈ ਨਹੀਂ, ਡਾਕਟਰ ਸਾਹਿਬ ਨੂੰ ਅਸੀਂ ਟਾਈਮ ਦਿੰਦੇ ਹਾਂ, ਹੁਣ ਉਹ ਗੱਲ ਕਰ ਲੈਂਦੇ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਦੂਸਰੇ ਜਿਹੜੇ ਵੇਟ ਕਰ ਰਹੇ ਨੇ ਉਹਨਾਂ ਨੂੰ ਟਾਈਮ ਦੇਣਾ ਪੈਣਾ ਸਾਨੂੰ। ਹਾਂਜੀ ਡਾਕਟਰ ਸਾਹਿਬ। ਮੈਂ ਦੱਸ ਰਿਹਾ ਸਾਂ, ਸਾਡੇ ਲਾਗੇ ਇੱਕ ਪਿੰਡ ਆ ਤੇ ਉੱਥੇ ਕਈ 3-4 ਦਿਨ ਨਾ ਟੀਵੀ ਵਾਲੇ ਚੈਨਲ ਆਪਣੇ ਚੈਨਲ ਤੇ ਚਲਾਉਂਦੇ ਰਹੇ। ਤੇ ਫਿਰ ਸਾਡੇ ਸਰਜੀਤ ਬਾਵਾ ਜੀ ਨੇ ਟੀਵੀ ਰਿਪੋਰਟਰ, ਤੇ ਉਹਨਾਂ ਨੇ ਮੈਨੂੰ ਫੋਨ ਕੀਤਾ, ਕਹਿੰਦੇ ਭਾਜੀ ਇੱਥੇ ਪਿੰਡ ਦੇ ਵਿੱਚ ਅੱਗ ਲੱਗਦੀ ਆ ਤੇ ਬਾਰ-ਬਾਰ ਕਦੀ ਕੱਪੜੇ ਕੱਟੇ ਜਾਂਦੇ ਆ, ਕਈ ਘਰ 'ਚ ਕਈ ਚੀਜ਼ਾਂ ਡਿੱਗਦੀਆਂ ਨੇ ਆ ਕੇ। ਤੇ ਮੈਂ ਉਹਨਾਂ ਨੂੰ ਕਿਹਾ ਵੀ ਜਿਹੜੇ ਘਰ ਦੇ ਜ਼ਿੰਮੇਵਾਰ ਮੈਂਬਰ ਹੈ ਨਾ ਉਹਨਾਂ ਨੂੰ ਮੇਰੇ ਕੋਲ ਭੇਜੋ। ਚਲੋ ਉਹ ਘਰ ਦੇ ਮੈਂਬਰ ਸ਼ਾਮ ਨੂੰ ਮੇਰੇ ਕੋਲ ਆਏ ਤੇ ਮੈਂ ਅਗਲੇ ਦਿਨ ਦਾ ਉਹਨਾਂ ਨੂੰ ਟਾਈਮ ਦੇ ਦਿੱਤਾ। ਮੈਂ ਆਪਣੇ ਬੇਟੇ ਨੂੰ ਕਪਿਲ ਸ਼ਰਮਾ ਨੂੰ ਤੇ ਨਾਲ ਸਾਡੇ ਬਜ਼ੁਰਗ ਸਾਥੀ ਸ਼੍ਰੀ ਆਰਪੀ ਗਾਂਧੀ ਉਹਨਾਂ ਨੂੰ ਲੈ ਕੇ ਉਸ ਘਰ ਪਹੁੰਚ ਗਿਆ। ਉੱਥੇ ਵੇਖਿਆ ਤੇ ਉਹਨਾਂ ਦੇ ਬੜਾ ਗਰੀਬ ਪਰਿਵਾਰ ਸੀ, ਸਿਰਫ ਇੱਕੋ ਕਮਰਾ ਸੀ ਉਹਨਾਂ ਕੋਲ। ਉੱਥੇ ਹੀ ਬੱਕਰੀ ਬੰਨੀ, ਉੱਥੇ ਹੀ ਰੋਟੀ ਪਕਾਉਣ ਦਾ ਇੰਤਜ਼ਾਮ, ਉੱਥੇ ਹੀ ਪਾਣੀ, ਉੱਥੇ ਹੀ ਭਾਂਡੇ ਰੱਖੇ, ਸਾਰਾ ਕੁਝ। ਤੇ ਜਦੋਂ ਅਸੀਂ ਪਹੁੰਚੇ ਤੇ ਉਸ ਘਰ ਦੇ ਸਾਰੇ ਕੱਪੜੇ, ਸਾਰੇ ਬਿਸਤਰੇ ਸੜ ਚੁੱਕੇ ਸੀ, ਮੰਜੇ ਵੀ ਸੜ ਚੁੱਕੇ ਸੀ। ਤੇ ਉਹ ਦੱਸਦੇ ਸੀ ਵੀ ਉਹਨਾਂ ਦੇ ਘਰ 'ਚ ਕਦੀ ਬ੍ਰੈਡ ਡਿੱਗਦੀ ਆ, ਕਦੀ ਕੇਕ ਡਿੱਗਦਾ, ਕਦੀ ਬਿਸਕੁਟ ਦਾ ਪੈਕੇਟ ਡਿੱਗਦੇ ਨੇ, ਤੇ ਇੱਥੋਂ ਤੱਕ ਵੀ ਉਹਨਾਂ ਕਿਹਾ ਵੀ ਆਂਡੇ ਵੀ ਡਿੱਗਦੇ ਨੇ। ਜਿਵੇਂ ਤੁਸੀਂ ਕਿਹਾ ਵੀ ਕਈ ਵਾਰ ਤੁਹਾਨੂੰ ਵੀ ਉਹ ਮੰਨਣ ਵਾਸਤੇ ਮਜਬੂਰ ਕਰ ਦਿੰਦੇ ਹੋਣਗੇ। ਤੇ ਆਂਡੇ ਉਹ ਵੀ ਕੱਚੇ, ਮੁਰਗੀ ਦੇ ਆਂਡੇ ਕੱਚੇ ਉਹਨਾਂ ਦੇ ਘਰ 'ਚ ਡਿੱਗਦੇ ਸੀ। ਮੈਂ ਉਹਨਾਂ ਨੂੰ ਸਪਸ਼ਟ ਕਿਹਾ ਵੀ ਆਂਡਾ ਥੋੜੀ ਜਿਹੀ ਉੱਤੋਂ ਵੀ ਸੁੱਟੀਏ ਤੇ ਉਹ ਟੁੱਟ ਸਕਦਾ ਹੈ। ਕਹਿੰਦੇ ਨਹੀਂ ਜੀ, ਸਾਡੇ ਸਾਹਮਣੇ ਡਿੱਗਦਾ ਸੀ ਆਂਡਾ। ਚਲੋ ਖੈਰ, ਘਰ ਦੇ 4 ਮੈਂਬਰ ਸਨ। ਅਸੀਂ ਉਹਨਾਂ ਨੂੰ ਕਿਹਾ ਵੀ ਇੱਕ ਕਮਰਾ ਸਾਨੂੰ ਦਿਓ ਜਿੱਥੇ ਬਹਿ ਕੇ ਅਸੀਂ ਮੈਂਬਰਾਂ ਨਾਲ ਗੱਲ ਕਰ ਸਕੀਏ। ਉਹਨਾਂ ਕੋਲ ਉਹ ਕਮਰਾ ਵੀ ਨਹੀਂ ਸੀ ਹੈਗਾ। ਉਹਨਾਂ ਗਵਾਂਢੀਆਂ ਦਾ ਕਮਰਾ ਲੈ ਕੇ ਦਿੱਤਾ। ਅਸੀਂ ਉੱਥੇ ਪਹਿਲਾਂ ਉਹਦੇ ਘਰ ਦਾ ਮਾਲਕ ਨੂੰ, ਫਿਰ ਮਾਲਕਨ ਨੂੰ, ਫਿਰ ਉਹਨਾਂ ਦੇ ਮੁੰਡੇ ਨੂੰ, ਤੇ ਲਾਸਟ ਤੇ ਕੁੜੀ ਨੂੰ ਬੁਲਾਇਆ। ਸਾਨੂੰ ਕੇਸ ਤਾਂ ਕਲੀਅਰ ਸੀ ਤੇ ਕੁੜੀ ਦੇ ਵਾਲ ਵੀ ਕੱਟੇ ਗਏ 2 ਵਾਰੀ। 13 ਸਾਲ ਦੀ ਕੁੜੀ ਸੀ
ਜਦੋਂ ਸਾਰਿਆਂ ਨੂੰ ਪੁੱਛ ਕੇ ਗੱਲਬਾਤ ਕਰਕੇ ਮੈਂ ਕੁੜੀ ਨੂੰ ਸਿੱਧਾ ਕਿਹਾ ਵੀ ਤੂੰ ਇਹ ਹਰਕਤਾਂ ਕਿਉਂ ਕਰਦੀ ਹੈ? ਕਹਿੰਦੀ ਮੈਂ ਥੋੜਾ ਕਰਦੀ ਹੈ, ਗੁਲਾਬੀ ਕੱਪੜਿਆਂ ਵਾਲੀ ਭੂਤਨੀ ਕਰਦੀ ਹੈ। ਮੈਂ ਕਿਹਾ ਮੈਂ ਤੈਨੂੰ ਇਹ ਕੌਣ ਕਰਦਾ? ਮੈਂ ਤਾਂ ਪੁੱਛਿਆ ਵੀ ਕਿਉਂ ਕਰਦੀ ਹੈ? ਤੇ ਕਹਿੰਦੀ ਮੈਂ ਕਰਦੀ ਨਹੀਂ। ਮੈਂ ਕਿਹਾ ਜੇ ਮੈਂ ਤੇਰੇ ਘਰਦਿਆਂ ਨੂੰ ਦੱਸਦਾ ਵੀ ਇਹ ਕਰਦੀ ਆ ਤੇ ਫਿਰ ਤੂੰ ਕੀ ਤੇਰਾ ਹਾਲ ਹੋਊਗਾ? ਕਹਿੰਦੀ ਮੇਰਾ ਬਾਪੂ ਤਾਂ ਮੈਨੂੰ ਨਹਿਰ 'ਚ ਸੁੱਟ ਦੂ, ਉਹਨਾਂ ਦੇ ਘਰ ਦੇ ਲਾਗੇ ਨਹਿਰ ਸੀ, ਕਹਿੰਦੇ ਉਹ ਮੈਨੂੰ ਨਹਿਰ 'ਚ ਸੁੱਟ ਦੂਗਾ। ਮੈਂ ਕਿਹਾ ਫੇਰ ਹੁਣ ਤੂੰ ਮੈਨੂੰ ਦੱਸ ਵੀ ਇਹ ਕਿਉਂ ਕਰਦੀ ਹੈ? ਕਹਿੰਦੀ ਜੀ ਮੇਰੀ ਮਾਂ ਗਾਲਾਂ ਬਹੁਤ ਕੱਢਦੀ ਹੈ। ਮੈਂ ਕਿਹਾ ਵੀ ਕਿਹੜੀ ਕਲਾਸ ਪੜ੍ਹਦੀ ਹੈ? ਕਹਿੰਦੀ ਸਕੂਲ ਮੈਨੂੰ ਭੇਜਦੇ ਹੀ ਨਹੀਂ, ਮੈਂ ਘਰ ਦਾ ਸਾਰਾ ਕੰਮ ਵੀ ਕਰਦੀ ਹਾਂ, ਫਿਰ ਮੇਰੀ ਮਾਂ ਮੈਨੂੰ ਗਾਲਾਂ ਕੱਢਦੀ ਰਹਿੰਦੀ ਆ। ਮੈਂ ਉਹਨੂੰ ਪੁੱਛਿਆ ਵੀ ਬਾਹਰ ਪਟੇ ਕਰਾਉਣ ਨੂੰ ਕੀ ਕਰਦਾ ਹੈ? ਕਹਿੰਦੀ ਹਾਂ। ਚਲੋ ਜੀ, ਸਾਰੀ ਗੱਲਬਾਤ ਕਰਨ ਤੋਂ ਬਾਅਦ ਮੈਂ ਪਰਿਵਾਰ ਨੂੰ ਇਕੱਠਿਆ ਕੀਤਾ ਤੇ ਪਹਿਲਾਂ ਸਾਡੇ ਬਜ਼ੁਰਗ ਸਾਥੀ ਉਹਨਾਂ ਨੇ ਇੱਕ ਆਪਣਾ ਲੈਕਚਰ ਦਿੱਤਾ ਤੇ ਫਿਰ ਮੈਂ ਜਾਣਬੁੱਝ ਕੇ ਉਹਦੇ ਲੜਕੀ ਦੇ ਬਾਪ ਵੱਲ ਵੇਖ ਕੇ, ਕਿਉਂਕਿ ਮਾਂ ਵੱਲ ਮੈਂ ਕਰਦਾ ਤੇ ਉਹਨੇ ਲੜਕੀ ਨੂੰ ਕਹਿਣਾ ਸੀ ਤੂੰ ਮੇਰੀ ਸ਼ਿਕਾਇਤ ਲਾਈ ਹੈ। ਮੈਂ ਕਿਹਾ ਵੀ ਤੁਹਾਡੇ ਘਰ 'ਚ ਗਾਲਾਂ ਕੌਣ ਕੱਢਦਾ? ਉਹਦੀ ਮਾਂ ਆਪੇ ਬੋਲਦੀ ਕਿ ਇਹ ਆਦਤ ਮੈਨੂੰ ਹੈ। ਤੇ ਮੈਂ ਕਿਹਾ ਵੀ ਅੱਜ ਤੋਂ ਤੁਸੀਂ ਗਾਲਾਂ ਬਿਲਕੁਲ ਨਹੀਂ ਕੱਢਣੀਆਂ, ਤੇ ਜੇ ਗਾਲਾਂ ਕੱਢਣੀਆਂ ਬੰਦ ਕਰੋਗੇ ਤੇ ਭੂਤ ਪ੍ਰੇਤ ਤੁਹਾਡੇ ਘਰੋਂ ਜਾਣਗੇ, ਨਹੀਂ ਤੇ ਨਹੀਂ ਜਾਣਗੇ। ਤੇ ਦੂਜਾ ਜਾ ਕੇ ਲੜਕੀ ਕਿਸੇ ਨਾਈ ਤੋਂ ਵਾਲ ਕਟਵਾ ਦਿਓ, ਇਹਦੇ ਛੋਟੇ ਵਾਲ ਕਰਵਾ ਦਿਓ ਤੇ ਇਹ ਸਭ ਕੁਝ ਮਾਹੌਲ ਠੀਕ ਹੋ ਜਾਊਗਾ। ਲਓ ਜੀ, ਅੱਜ ਕਈ ਸਾਲ ਹੋ ਗਏ ਨੇ, ਉਹ ਲੜਕੀ ਫਿਰ ਜਵਾਨ ਹੋਈ, ਉਹਦਾ ਵਿਆਹ ਵੀ ਹੋ ਗਿਆ, ਅੱਜ ਬੱਚੇ ਵੀ ਨੇ ਉਹਦੇ, ਕਈ ਸਾਲਾਂ ਦੀ ਇਹ ਤੁਹਾਨੂੰ ਪੁਰਾਣੀ ਗੱਲ ਦੱਸ ਰਿਹਾ। ਤੇ ਇਹੋ ਜਿਹੇ ਕੇਸ ਵੀ ਹੁੰਦੇ ਕਈ ਵਾਰ, ਆਪਣੀ ਮੰਨਤ ਮਨਾਉਣ ਵਾਸਤੇ, ਆਪਣੀ ਕੋਈ ਇੱਛਾ ਪੂਰੀ ਕਰਨ ਵਾਸਤੇ ਜਾਂ ਆਪਣੀ ਕੋਈ ਮੁਸੀਬਤ ਟਾਲਣ ਵਾਸਤੇ ਵੀ ਇਹ ਕੰਮ ਕਰਨੇ ਪੈਂਦੇ ਨੇ ਲੋਕਾਂ ਨੂੰ। ਹਾਂਜੀ, ਸਾਡੇ ਪਿੰਡ ਵਿੱਚ ਉਹਨਾਂ ਦੇ ਘਰ ਵਿੱਚ ਅੱਗ ਲੱਗ ਜਾਂਦੀ ਸੀ ਤੇ ਸਾਰਾ ਪਿੰਡ ਜਿਹੜਾ ਆ ਉਹ ਕੋਠਿਆਂ ਤੇ ਚੜ ਜਾਂਦਾ ਸੀ। ਉਹ ਕਹਿੰਦੇ ਸੀ ਵੀ ਪਤਾ ਨਹੀਂ ਲੱਗਦਾ, ਤੇ ਕਦੀ ਉਹ ਪੇਟੀ ਦੇ ਵਿੱਚ ਅੱਗ ਲੱਗ ਜਾਣੀ, ਕਦੀ ਕਿਸੇ ਕਮਰੇ ਵਿੱਚ ਕੋਈ ਹੈ ਨਹੀਂ, ਉੱਥੇ ਅੱਗ ਲੱਗ ਜਾਣੀ। ਬਹੁਤ ਸਾਲਾਂ ਦੇ ਬਾਅਦ ਜਿਹੜਾ ਫਿਰ ਜਾ ਕੇ ਪਤਾ ਲੱਗਾ ਕਿ ਕੋਈ ਉਹਨਾਂ ਦੀ ਡਾਟਰ ਇਨ ਲਾਅ ਦੇ ਨਾਲ ਕੋਈ ਮਸਲਾ ਸੀ ਤੇ ਉਹ ਜਿਹੜਾ ਹੈ ਉਹ ਕੁਝ ਕਰਦੀ ਸੀ ਤੇ ਉਹਦੇ ਤੋਂ ਘਰ ਵਿੱਚ ਅੱਗ ਲੱਗ ਜਾਂਦੀ ਸੀ। ਬਿਲਕੁਲ ਜੀ, ਇਸੇ ਤਰ੍ਹਾਂ ਹੀ ਹੈ ਜੀ। ਕੋਈ ਨਾ ਕੋਈ ਪਰੇਸ਼ਾਨੀ ਹੁੰਦੀ ਹੈ, ਘਰ ਦੇ ਕਿਸੇ ਮੈਂਬਰ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ, ਜਦੋਂ ਉਹ ਦੇਖਦਾ ਕਿ ਵੀ ਆਮ ਸਮਝਾਇਆ ਮੇਰੀ ਗੱਲ ਨਹੀਂ ਸੁਣੀ ਜਾ ਰਹੀ, ਮੇਰੀ ਗੱਲ ਦੇ ਉੱਤੇ ਗੋਲ-ਮੋਲ ਕੀਤਾ ਜਾ ਰਿਹਾ, ਮੈਨੂੰ ਇਗਨੋਰ ਕੀਤਾ ਜਾ ਰਿਹਾ, ਉਹ ਮੁੜ ਕੇ ਇਹੋ ਜਿਹੇ ਕੰਮ ਕਰਦਾ। ਕਈ ਵਾਰੀ ਕੋਈ ਸਰੀਰਕ ਦੇ ਕੋਈ ਪ੍ਰੋਬਲਮ ਹੁੰਦੀ ਆ ਤੇ ਉਹਨੂੰ ਲੱਗਦਾ ਹੈ ਕਿ ਵੀ ਮੇਰੀ ਉਨੀ ਗੌਰ ਨਹੀਂ ਕੀਤੀ ਜਾ ਰਹੀ। ਕੁਝ ਪੇਸ਼ੈਂਟ ਹੁੰਦੇ ਸਾਡੇ, ਉਹ ਬੜੇ ਜਿੱਦੀ ਹੁੰਦੇ ਆ, ਉਹ ਖਾਸ ਦਵਾਈਆਂ ਵੱਲ ਇੰਡੀਕੇਟ ਕਰਦੇ ਆ। ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਮੇਰੀ, ਹਾਲੇ ਕਿ ਉਹਨਾਂ ਦੀ ਪੂਰੀ ਕੀਤੀ ਜਾਂਦੀ ਹੁੰਦੀ ਆ ਦੇਖਭਾਲ, ਉਹਨਾਂ ਦੀ ਪੂਰੀ ਕੀਤੀ ਜਾਂਦੀ, ਪਰ ਉਹਨੂੰ ਲੱਗਦਾ ਕਿ ਮੈਨੂੰ ਇਗਨੋਰ ਕੀਤਾ ਗਿਆ। ਔਰ ਫਿਰ ਦੇਖਦੇ ਨੇ ਵੀ ਆਲੇ ਦੁਆਲੇ ਵੀ ਕਿੱਥੇ ਕੀ ਹੋਇਆ ਸੀ। ਜਿਹੜੀ ਚੀਜ਼ ਕਿਤੇ ਨੇੜੇ ਤੇੜੇ ਹੋਈ ਹੁੰਦੀ ਆ, ਉਹ ਬੱਚੇ ਉਹੀ ਚੀਜ਼ ਉਹ ਆਪਦੇ ਘਰ ਦੇ ਉੱਤੇ ਇੰਪਲੀਮੈਂਟ ਕਰ ਲੈਂਦੇ। ਕੱਪੜੇ ਕੱਟਣੇ ਸ਼ੁਰੂ ਕਰ ਦਿੱਤੇ, ਕੋਈ ਅੱਗ ਲਾਣੀ ਸ਼ੁਰੂ ਕਰ ਦਿੱਤੀ, ਕੋਈ ਹੋਰ ਚੀਜ਼ ਕਰਨੀ, ਕੋਈ ਚੀਜ਼ਾਂ ਗਾਇਬ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪੈਸੇ ਚੋਰੀ ਕਰਨੇ ਸ਼ੁਰੂ ਕਰ ਦਿੱਤੇ, ਤੇ ਉਹ ਲੱਗਦਾ ਕਿ ਵੀ ਇਹ ਪੈਸੇ ਏਦਾਂ ਹੀ ਚੋਰੀ ਹੁੰਦੇ ਆ। ਹਾਂਜੀ, ਬਹੁਤ ਸਾਰੇ ਜਿਹੜੇ ਇਹੋ ਜਿਹੇ ਕੇਸਿਸ ਨੇ, ਉਹ ਕਈ ਜਿਹਨਾਂ ਨੂੰ ਨਾ ਹਿਸਟੀਰੀਕਲ ਜਿਹੜੀਆਂ ਫਿਟ ਪੈਂਦੀਆਂ, ਉਹਨਾਂ ਨੂੰ ਖਾਸ ਤੌਰ ਤੇ ਪਿੰਡਾਂ ਵਿੱਚ ਜਿਹੜਾ ਨਾ ਪਤਾ ਹੋਣ ਕਰਕੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਇਹਨੂੰ ਕੋਈ ਬਾਹਰ ਦੀ ਛਾਇਆ ਹੋਈ ਆ, ਤੇ ਉਹ ਬਜਾਏ ਉਹਨਾਂ ਨੂੰ ਕਿਸੇ ਡਾਕਟਰ ਦੇ ਖੜਨ ਦੇ, ਤੇ ਉਹ ਇਸ ਤਰ੍ਹਾਂ ਸਿਆਣਿਆਂ ਕੋਲ, ਬਾਬਿਆਂ ਕੋਲ ਲੈ ਜਾਂਦੇ ਨੇ, ਹਨਾ। ਉਹਦੇ ਬਾਰੇ ਤੁਸੀਂ ਥੋੜਾ ਜਿਹਾ ਜ਼ਰੂਰ ਦੱਸੋ ਕਿ ਜਿਹੜੀਆਂ ਹਿਸਟੀਰੀਕਲ ਫਿਟਸ ਹੁੰਦੀਆਂ ਉਹ ਕਿਸ ਤਰ੍ਹਾਂ ਹੁੰਦੀਆਂ, ਉਹਨਾਂ ਦੇ ਕੀ ਲੱਛਣ ਹੁੰਦੇ ਨੇ, ਕਿ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਉਹ ਸਿਆਣਿਆਂ ਵੱਲੇ ਨਾ ਤੁਰੇ ਫਿਰਨ ਜਾਂ ਇਹ ਨਾ ਸੋਚਣ ਕਿ ਕੋਈ ਭੂਤ ਪ੍ਰੇਤ ਆ। ਮੋਰ ਦੈਨ 50% ਜਿਹੜੇ ਕੇਸਿਸ ਹੁੰਦੇ ਆ, ਉਹ ਜ਼ਿਆਦਾਤਰ ਸੋਡੀਅਮ ਕਲੋਰਾਈਡ, ਜਿਹੜਾ ਨਮਕ ਆਪਾਂ ਚਿੱਟਾ ਨਮਕ ਖਾਂਦੇ ਆ ਜੀ, ਇਹਦੀ ਵਜ੍ਹਾ ਨਾਲ ਹੀ ਐਕਸੈਸਿਵ ਸਾਲਟ ਖਾਈ ਜਾਂਦੇ। ਮਾੜਾ ਜਿਹਾ ਦੇਖਿਆ ਕਮਜ਼ੋਰੀ ਹੋਈ ਤੇ ਪਿੰਡਾਂ ਦੇ ਵਿੱਚ ਅਮੂਮਨ ਸਾਡੇ ਕੋਲ ਲੋਕ ਆਉਂਦੇ ਆ, ਉਹ ਕਹਿੰਦੇ ਜੀ ਮੈਂ ਤਾਂ ਜਦੋਂ ਮੇਰਾ ਬੀਪੀ ਘਟਦਾ, ਮੈਨੂੰ ਕੋਈ ਪ੍ਰੋਬਲਮ ਹੁੰਦੀ ਆ ਤੇ ਮੈਂ 2 ਚਮਚ ਘੋਲ ਕੇ ਪੀ ਲੈਣਾ। ਮੈਂ ਸਾਰੇ ਜਿਹੜੇ ਸੁਣ ਰਹੇ ਆ, ਫੇਸਬੁੱਕ ਤੇ ਦੇਖ ਰਹੇ ਆ ਜਾਂ ਸਰੋਤੇ ਸੁਣ ਰਹੇ, ਮੈਂ ਦੱਸਣਾ ਚਾਹੁੰਦਾ ਵੀ ਆਪਣੀ ਜਿਹੜੀ ਮਨੁੱਖ ਦੀ ਡੋਜ਼ ਹੈ ਕਾਮਨ ਸਾਲਟ ਦੀ 3 ਤੋਂ 5 ਗ੍ਰਾਮ ਹੈ। 5 ਗ੍ਰਾਮ ਤੋਂ ਵੱਧ ਆਪਾਂ 24 ਘੰਟੇ ਚ ਲੈ ਹੀ ਨਹੀਂ ਸਕਦੇ। ਔਰ ਜਿਹੜਾ ਐਕਸੈਸਿਵ ਸਾਲਟ ਹੈ, ਇੰਨਾ ਜ਼ਿਆਦਾ ਨਮਕ ਖਾਣਾ, ਉਹ ਮਾਈਂਡ ਤੇ ਉੱਤੇ ਅਸਰ ਕਰਦਾ। ਔਰ ਤੁਸੀਂ ਹੈਰਾਨ ਹੋਵੋਗੇ ਵੀ ਜਿੰਨੇ ਬੱਚੇ ਆ ਅੱਜ ਕੱਲ੍ਹ ਕਿਹਾ ਜਾਂਦਾ ਕਿ ਸੋਸ਼ਲ ਫਿਲਮਾਂ ਦੇ ਨਾਲ ਇਹ ਖਰਾਬ ਹੋਏ ਆ, ਇਹ ਮਾੜਾ ਸਾਹਿਤ ਪੜ੍ਹ ਕੇ ਹੋਏ ਆ, YouTube ਦੇਖ ਕੇ ਹੋਏ ਆ, ਤੇ ਮੈਂ ਕਹੂੰਗਾ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਲੋਕ ਬੱਚੇ ਜਿਹੜੇ ਆ ਸੋਡੀਅਮ ਕਲੋਰਾਈਡ ਦੇ। ਔਰ ਹਰ ਹੋਮਿਓਪੈਥਿਕ ਨੂੰ ਪਤਾ ਵਾ ਵੀ ਇਹਦਾ ਇਲਾਜ ਕੀ ਹੈ।
ਔਰ 1 ਮਹੀਨਾ ਖਾ ਲਵੇ ਤੇ ਉਹ ਉਹਨਾਂ ਦੀਆਂ ਹਰਕਤਾਂ ਬੰਦ ਹੋ ਜਾਂਦੀਆਂ। ਉਹਨੂੰ ਕੋਈ ਹਿਪਨੋਟਾਈਜ਼ ਕਰਨ ਦੀ ਲੋੜ ਨਹੀਂ, ਕੋਈ ਸਮਝਾਉਣ ਦੀ ਲੋੜ ਨਹੀਂ, ਉਹਨੂੰ ਕੱਲੀ ਮੈਡੀਸਨ ਦੇਣ ਦੀ ਲੋੜ ਹੈ। ਔਰ ਹੋਰ ਕਈ ਕੈਮੀਕਲਸ ਹੈਗੇ ਆ, ਕਈ ਚੀਜ਼ਾਂ ਜਿਹੜੇ ਭੋਜਨ ਆਪਾਂ ਲੈ ਰਹੇ ਹਾਂ, ਡੱਬਾ ਬੰਦ ਭੋਜਨ ਲੈ ਰਹੇ ਹਾਂ ਬਾਜ਼ਾਰ ਦੇ ਵਿੱਚ, ਬੇਤਹਾ ਆਇਆ ਹੋਇਆ, ਕੋਈ ਸੋਇਆਬੀਨ ਹੀ ਖਾਈ ਜਾਂਦਾ, ਸੋਇਆਬੀਨ ਦਾ ਦੁੱਧ ਪੀ ਜਾਂਦਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮਨੁੱਖ ਨੂੰ ਬਿਮਾਰੀਆਂ ਵੱਲ ਨੂੰ ਲੈ ਕੇ ਜਾਂਦੀਆਂ ਔਰ ਮਾਨਸਿਕ ਰੋਗ ਹੁੰਦੇ ਨੇ। ਔਰ ਕੋਈ ਵੀ ਰੋਗ, ਜਿਹੜੇ ਬਾਬੇ ਨੇ, ਤਾਂਤਰਿਕ ਨੇ, ਉਹ ਬਲਦੀ ਤੇ ਤੇਲ ਦਾ ਕੰਮ ਕਰਦੇ ਨੇ। ਜਦੋਂ ਉਹਨਾਂ ਕੋਲ ਜਾਂਦੇ ਆ ਵੀ ਇਹਨੂੰ ਤਾਂ ਕੁਝ ਹੋ ਗਿਆ, ਉਹ ਇਹ ਤਾਂ ਉਹਨਾਂ ਕਹਿਣਾ ਨਹੀਂ ਵੀ ਇਹ ਤੁਹਾਡਾ ਵਹਿਮ ਆ ਜਾਂ ਇਹਨੂੰ ਮਾਨਸਿਕ ਰੋਗ ਆ। ਉਹਨਾਂ ਕਹਿਣਾ ਹਾਂ ਵਾਕਿਆ ਜੋ ਤੁਸੀਂ ਸੋਚ ਕੇ ਆਏ ਨਾ ਉਹੀ ਆ। ਇੱਕ ਜਿਹੜੀ ਕਾਮਨ ਚੀਜ਼ ਆ, ਮੈਂ ਦੱਸਣਾ ਚਾਹੁੰਦਾ, ਮਨੁੱਖੀ ਮਨ ਜਿਹੜਾ ਵਾ ਇਹ ਨੈਗੇਟਿਵ ਚੀਜ਼ ਨੂੰ ਬਹੁਤ ਛੇਤੀ ਫੜਦਾ। ਅਗਰ ਅਸੀਂ ਕਹੀਏ ਨਾ, ਮੈਂ ਹੀ ਕਹਿ ਰਿਹਾ ਵੀ ਆਉਣ ਵਾਲੇ 5 ਦਿਨਾਂ ਦੇ ਵਿੱਚ ਆਹ ਹੋਣ ਵਾਲਾ, ਕੋਈ ਚੰਗੀ ਚੀਜ਼ ਹੋਣ ਵਾਲਾ ਜੀ, ਤੇ ਮੇਰਾ ਖਿਆਲ ਆ ਵੀ 1% ਵੀ ਲੋਕ ਨਹੀਂ ਮੰਨਣਗੇ। ਔਰ ਕੋਈ ਕਹਿੰਦਾ ਵੀ ਇਹ ਮਾੜਾ ਚੀਜ਼ ਹੋਣ ਵਾਲਾ, ਉਹਨੂੰ ਬੜੀ ਛੇਤੀ ਐਕਸੈਪਟ ਕਰਦੇ ਆ, ਬਹੁਤ ਛੇਤੀ ਪਕੜਦੇ ਆ ਔਰ ਇਸੇ ਚੀਜ਼ ਦਾ ਉਹ ਲਾਭ ਲੈਂਦੇ ਨੇ। ਤੁਸੀਂ ਕਿਸੇ ਨੂੰ ਹਿਪਨੋਟਾਈਜ਼ ਇਦਾਂ ਹੁੰਦੇ ਨੇ ਲੋਕ, ਜਿੱਦਾਂ ਤੁਸੀਂ ਕਾਮਨਲੀ ਜਿੰਨੇ ਦਰਸ਼ਕ ਸੁਣ ਰਹੇ, ਮੈਂ ਦੱਸਣਾ ਚਾਹਾਂਗਾ, ਤੁਹਾਨੂੰ ਕੋਈ ਕਹੇ ਵੀ ਤੁਹਾਡਾ ਘਰ 5ਵਾਂ ਘਰ ਹੈ, ਤੁਹਾਡਾ ਘਰ ਰੋਜ਼ ਦੇ ਵਿੱਚ ਬਾਬਾ ਕਹੇ ਵੀ ਤੁਹਾਡਾ 5ਵਾਂ ਘਰ ਹੈ, ਤੇ ਭਾਵੇਂ ਤੁਹਾਡਾ ਘਰ ਦੂਜਾ ਹੋਵੇ, ਭਾਵੇਂ ਤੀਜਾ ਹੋਵੇ, ਭਾਵੇਂ ਚੌਥਾ ਹੋਵੇ, ਤੁਸੀਂ ਗਿਣ ਮਿਣ ਕੇ ਖੱਬੇ ਸੱਜਿਓਂ ਜਾਂ ਲੈਫਟ ਰਾਈਟ ਤੋਂ ਤੁਸੀਂ 5ਵਾਂ ਘਰ ਆਪਦਾ ਬਣਾ ਹੀ ਲੈਣਾ। ਮਤਲਬ ਮਨੁੱਖ ਦੀ ਮੈਂਟੈਲਿਟੀ ਆ। ਮੈਂ ਕਿਤੇ ਦੇਖਿਆ ਕਿ YouTube ਦੇ ਉੱਤੇ ਇੱਕ ਵੀਡੀਓ ਦੇਖ ਰਿਹਾ ਸੀ, ਉਹ ਕਿਸੇ ਨੂੰ ਚੌਥਾ ਘਰ ਕਹਿ ਦੇਵੇ, ਕਿਸੇ 5ਵਾਂ, ਉਹ ਆਪਸ ਵਿੱਚ ਸਲਾਹ ਕਰਨ ਘਰ ਦੇ ਮੈਂਬਰ, ਹਾਂ ਆਪਣਾ ਉਹ ਵਿੱਚ ਉਹ ਫਲਾਨਾ ਪੈ ਗਿਆ, ਫਿਰ ਤੁਸੀਂ ਇੱਧਰੋਂ ਬਣਾਓ ਨਾ, ਰਾਈਟ ਸਾਈਡ ਤੋਂ ਨਾ ਦੇਖੋ, ਤੁਸੀਂ ਦੂਸਰੀ ਗਲੀ ਵੱਲੋਂ ਦੇਖੋ ਨਾ, ਉਧਰੋਂ ਆਪਣਾ 5ਵਾਂ ਹੀ ਘਰ। ਇਸੇ ਚੀਜ਼ ਦਾ ਉਹ ਲਾਭ ਲਈ ਜਾਂਦੇ ਨੇ। ਉਹ ਧੱਕੇ ਨਾਲ ਬਾਬੇ ਨੂੰ ਸੱਚਾ ਕਰਨਾ ਚਾਹੁੰਦੇ ਆ ਨਾ। ਇੱਕ ਵਾਰੀ ਮੈਂ ਤੁਹਾਨੂੰ ਇੱਕ ਨੌਜਵਾਨ ਨੂੰ ਮੇਰੇ ਕੋਲ ਲੈ ਕੇ ਆਏ, ਮੈਂ ਉਹਨੂੰ ਗੱਲਾਂ ਬਾਤਾਂ ਕਰਕੇ ਫਿਰ ਮੈਨੂੰ ਲੱਗਾ ਕਿ ਉਹਨੂੰ ਹਿਪਨੋਟਾਈਜ਼ ਕਰਨ ਦੀ ਲੋੜ ਆ। ਮੈਂ ਉਹਨੂੰ ਬੈਂਚ ਤੇ ਲੰਮੇ ਪਾਇਆ ਤੇ ਹਿਪਨੋਟਾਈਜ਼ ਕਰਨਾ ਸ਼ੁਰੂ ਕਰਤਾ, ਤੇ ਛੇਤੀ ਉਹ ਨਾ ਨੀਂਦ 'ਚ ਚਲਾ ਗਿਆ। ਤੇ ਮੈਂ ਉਹਨੂੰ ਜਿਹੜੇ ਆਦੇਸ਼ ਦੇਣੇ ਸੀ, ਜਿਹੜੇ ਸੁਝਾਅ ਦੇਣੇ ਸੀ, ਉਹ ਦੇ ਦਿੰਦਾ। ਮੇਰੇ ਇੱਕ ਦਿਨ ਵੇਖਿਆ, ਧਿਆਨ ਆਇਆ ਕਿ ਦੀਵਾਰ ਦੇ ਉੱਤੇ ਥੋੜਾ ਜਿਹਾ ਜਾਲਾ ਲੱਗਾ ਸੀ, ਤੇ ਮੇਰੇ ਪੈਰਾਂ ਲਾ ਕੇ ਝਾੜੂ ਪਿਆ ਸੀ। ਮੈਂ ਝਾੜੂ ਫੜਿਆ, ਦੀਵਾਰ 'ਚੋਂ ਜਾਲਾ ਉਤਾਰਤਾ ਤੇ ਨਾਲ ਉਹਨੂੰ ਹਿਪਨੋਟਾਈਜ਼ ਕਰਦਾ ਰਿਹਾ। ਆਪਣੇ ਜੋ ਉਹਨੂੰ ਸੁਝਾਅ ਦੇਣੇ ਸੀ ਦੇਤੇ, ਤੇ ਥੋੜੀ ਦੇਰ ਬਾਅਦ ਜਦੋਂ ਉਹਨੂੰ ਉਠਾਇਆ, ਉਹ ਬੜਾ ਹਲਕਾ ਫੁਲਕਾ, ਬੜਾ ਖੁਸ਼, ਬੜਾ ਮਹਿਸੂਸ ਹੋਇਆ ਠੀਕ ਉਹਨੂੰ ਵੀ ਮੈਂ ਠੀਕ ਹੋ ਗਿਆ। ਦੂਸਰੇ ਹਫ਼ਤੇ ਉਹ ਫਿਰ ਇੱਕ ਹੋਰ ਲੜਕੇ ਨੂੰ ਲੈ ਕੇ ਆਏ, ਤੇ ਉਹਨੂੰ ਵੀ ਇਸ ਤਰ੍ਹਾਂ ਦਾ ਮਾਨਸਿਕ ਰੋਗ ਸੀ। ਮੈਂ ਉਹਨੂੰ ਵੀ ਇਸ ਤਰ੍ਹਾਂ ਲੰਮੇ ਪਾਇਆ ਤੇ ਉਹਨੂੰ ਵੀ ਹਿਪਨੋਟਾਈਜ਼ ਕੀਤਾ। ਜਦੋਂ ਮੈਂ ਹਿਪਨੋਟਾਈਜ਼ ਕਰਕੇ ਹਟਿਆ ਤੇ ਇੱਕ ਜਨਾਨੀ ਸੀ ਲਾਗੇ ਬੈਠੀ, ਜਿਹੜੀ ਪਹਿਲੀ ਵਾਰ ਵੀ ਆਈ ਸੀ ਤੇ ਦੂਜੀ ਵਾਰ ਵੀ ਆਈ ਸੀ। ਕਹਿੰਦੀ ਜੀ ਇਹ ਨਹੀਂ ਠੀਕ ਹੁੰਦਾ। ਮੈਂ ਕਿਹਾ ਵੀ ਠੀਕ ਕਿਉਂ ਨਹੀਂ ਹੁੰਦਾ? ਕਹਿੰਦੀ ਉਹ ਪਹਿਲਾਂ ਜਿਹੜਾ ਆਇਆ ਸੀ ਉਹਨੂੰ ਤੁਸੀਂ ਝਾੜਾ ਹੋਰ ਤਰ੍ਹਾਂ ਕੀਤਾ ਸੀ ਤੇ ਇਹਨੂੰ ਹੋਰ ਤਰ੍ਹਾਂ ਕੀਤਾ। ਮੈਨੂੰ ਪਤਾ ਝਾੜੇ 'ਚ ਫਰਕ ਹੁੰਦਾ। ਮੈਂ ਕਿਹਾ ਵੀ ਹੋਰ ਤਰ੍ਹਾਂ ਕਿਵੇਂ ਕੀਤਾ ਜੀ? ਕਹਿੰਦੀ ਉਹਨੂੰ ਤੁਸੀਂ ਝਾੜੂ ਨਾਲ ਕੀਤਾ ਸੀ ਤੇ ਇਹਨੂੰ ਝਾੜੂ ਤੋਂ ਬਿਨਾਂ ਕਰਤਾ, ਤੇ ਇਹ ਠੀਕ ਕਿਵੇਂ ਹੋਊਗਾ? ਫਿਰ ਮੈਨੂੰ ਉਹਨੂੰ ਸਹੀ ਸਾਬਤ ਕਰਨ ਵਾਸਤੇ ਝਾੜੂ ਫੜਿਆ, ਮੁੰਡੇ ਦੇ ਉੱਤੋਂ 2 ਵਾਰੀ ਘੁਮਾਤਾ, ਤੇ ਮੈਂ ਕਿਹਾ ਲੈ ਵੀ ਹੁਣ ਠੀਕ ਹੋ ਜਾਏਗਾ, ਤੇ ਉਹ ਵਾਕਿਆ ਠੀਕ ਹੋ ਗਿਆ। ਹਾਂਜੀ ਮੇਰੇ ਕੋਲ ਪੇਸ਼ੈਂਟ ਆਉਂਦੇ ਆ, ਤੇ ਮੈਂ ਆਮ ਪੇਟ ਦੀਆਂ ਬਿਮਾਰੀਆਂ ਲਈ ਨਾ, ਜਿੰਨੇ ਦੇਖ ਰਹੇ ਆ ਉਹਨਾਂ ਚੋਂ ਬਹੁਤ ਸਾਰੇ ਜਾਣਦੇ ਹੋਣਗੇ, ਮੈਂ ਆਂਦੇ ਪੇਸ਼ੈਂਟ ਦੇ ਦੋਨੋਂ ਹੱਥ ਦੇਖਦਾ, ਇਸ ਤਰ੍ਹਾਂ ਕਰਕੇ ਨਾ ਹੱਥ ਜੋੜ ਕੇ, ਤੇ ਮੈਂ ਉਹਨਾਂ ਦੀ ਪੇਟ ਦੀ ਸਥਿਤੀ ਦੇਖਣ ਲਈ ਮੈਂ ਹੱਥ ਦੇਖਦਾ। ਔਰ ਬਹੁਤ ਸਾਰੇ ਜਿਹੜੇ ਲੋਕ ਆ ਉਹ ਆਂਦੇ ਹੱਥ ਕਰ ਦਿੰਦੇ ਅੱਗੇ। ਜੇ ਮੈਂ ਉਹਨਾਂ ਨੂੰ ਕਹਾਂ ਵੀ ਤੁਹਾਨੂੰ ਕੀ ਪ੍ਰੋਬਲਮ ਆ, ਉਹ ਕਹਿੰਦੇ ਵੀ ਸਾਨੂੰ ਜਿਹੜੇ ਬੰਦੇ ਨੇ ਘੱਲਿਆ ਹੈਗਾ, ਉਹ ਕਹਿੰਦੇ ਵੀ ਉਹ ਹੱਥ ਦੇਖ ਕੇ ਬਿਮਾਰੀ ਦੱਸਦੇ ਆ, ਤੇ ਉਹ ਹੱਥ ਦੇਖੋ ਤੁਸੀਂ, ਇੱਕ ਹੱਥ ਕਰੀ ਜਾਣਗੇ ਅੱਗੇ। ਉਹ ਮਤਲਬ ਲੋਕਾਂ ਨੂੰ ਕੋਈ ਵੀ ਡਾਕਟਰ ਦਾ ਐਕਸ਼ਨ ਹੈਗਾ ਉਹ ਉਸ ਪਾਸੇ ਨੂੰ ਲੈ ਕੇ ਜਾਂਦਾ, ਤਾਂਤਰਿਕ ਵਾਲੇ ਪਾਸੇ ਨੂੰ ਲੈ ਕੇ ਜਾਂਦਾ। ਭਾਵੇਂ ਕਿ ਅਸੀਂ ਮੈਡੀਕਲੀ ਦੇਖਦੇ ਹਾਂ ਕਿ ਦੋਨਾਂ ਹੱਥਾਂ ਦੀਆਂ ਰੇਖਾਵਾਂ ਜਿਹੜੀਆਂ ਬਰਾਬਰ ਹੋਣੀਆਂ ਚਾਹੀਦੀਆਂ, ਔਰ ਇਹਦੇ ਵਿੱਚ ਸੱਚ ਛੁਪਿਆ ਹੋਇਆ, ਪਰ ਉਹ ਸਮਝਦੇ ਨੇ ਇਹਨਾਂ ਹੱਥ ਦੇਖ ਕੇ ਮੇਰੀ ਕਿਸਮਤ ਦੇਖੀ ਆ ਵੀ ਇਹਨੇ ਠੀਕ ਹੋਣਾ ਕਿ ਨਹੀਂ ਹੋਣਾ। ਮੈਂ ਤੁਹਾਨੂੰ ਰਾਜ਼ੀ ਮਿਲਦੀ ਦੱਸਦਾ। ਮੇਰੇ ਕੋਲ ਇੱਕ ਬੰਦਾ ਆਇਆ ਜੀ, ਫਲਾਣੇ ਬੰਦੇ ਨੇ ਮੈਨੂੰ ਭੇਜਿਆ, ਮੈਂ ਇਲਾਜ ਕਰਾਉਣਾ ਆਪਣਾ। ਮੈਂ ਕਿਹਾ ਚਲੋ ਠੀਕ ਹੈ ਜੀ। ਜਦੋਂ ਉਹਦੀ ਵਾਰੀ ਆਈ, ਮੈਂ ਉਹਨੂੰ ਦਵਾਈ ਦਿੱਤੀ ਤੇ ਮੈਂ ਉਹਨੂੰ ਛੱਡਤਾ ਵੀ, ਮੈਂ ਕਿਹਾ ਚਲੋ ਪੈਸੇ ਦੇਗਾ ਚੱਲ ਜਾਏਗਾ। ਉਹ ਸਾਈਡ ਤੇ ਹੋ ਕੇ ਬੈਠਾ ਰਿਹਾ, ਮੈਂ ਦੂਜੇ ਮਰੀਜ਼ ਦੇਖਦਾ ਰਿਹਾ। ਬਾਅਦ ਚ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਹਾਂਜੀ, ਕਹਿੰਦਾ ਵੀ ਉਹਨਾਂ ਮੈਨੂੰ ਕਿਹਾ ਸੀ ਵੀ ਇੱਕ ਚਮਤਕਾਰੀ ਖੁਰਾਕ ਉਹ ਆਪਣੇ ਹੱਥ ਨਾਲ ਗੂੰਜ ਪਾਉਣੇ ਹੁੰਦੇ, ਤੇ ਉਹ ਤਾਂ ਤੁਸੀਂ ਮੇਰੇ ਪਾਈ ਨਹੀਂ। ਅਸਲ 'ਚ ਡਾਕਟਰ ਸਾਹਿਬ ਤੁਹਾਡੇ ਮਤਲਬ ਦੀ ਗੱਲ ਹੈ ਕਿ ਜਿਹੜੀ ਕੋਈ ਹਾਈ ਪੋਟੈਂਸੀ ਦੇਣੀ ਹੁੰਦੀ ਹੈ, ਇੱਕ ਡੋਜ਼ ਮੈਂ ਉੱਥੇ ਮੌਕੇ ਤੇ ਦੇ ਦੇਣਾ, ਬਾਕੀ ਨਾਲ ਬਣਾ ਕੇ ਦੇ ਦੇਣਾ।
ਤੇ ਉਹਨੇ ਸੋਚਿਆ ਵੀ ਉਹ ਚਮਤਕਾਰੀ ਜਿੰਨਾ ਚਿਰ ਆਪਣੇ ਹੱਥ ਨਾਲ ਖੁਰਾਕ ਮੇਰੇ ਮੂੰਹ 'ਚ ਨਹੀਂ ਪਾਉਂਦੇ ਮੈਂ ਨਹੀਂ ਠੀਕ ਹੋਣਾ। ਫਿਰ ਮੈਂ ਉਹਨੂੰ ਖਾਦੀ ਗੋਲੀ ਤੇ ਉਹ ਚਲੋ ਜੀ ਬਾਅਦ 'ਚ ਦਵਾਈ ਲੈ ਕੇ ਚਲਾ ਗਿਆ ਠੀਕ। ਹਾਂਜੀ ਡਾਕਟਰ ਸਾਹਿਬ ਇਹ ਜਿਹੜਾ ਵਿਸ਼ਾ ਆ ਮੈਨੂੰ ਲੱਗਦਾ ਕਿ 1 ਘੰਟਾ ਇਹਦੇ ਵਾਸਤੇ ਬਹੁਤ ਥੋੜਾ ਹੈ, ਇਹਨੂੰ 2-3 ਘੰਟੇ ਚਾਹੀਦੇ ਨੇ। ਇਸमें ਸਰ ਮੈਨੂੰ ਮਤਲਬ ਇਹ ਲੱਗਦਾ ਹੈ ਕਿ ਜਿਹੜੇ ਸਾਡੇ ਨਾਲ ਵਿਊਅਰਸ ਜੁੜਦੇ ਨੇ ਉਹ ਵੀ ਆਪਣੇ ਐਕਸਪੀਰੀਅੰਸਿਸ ਜ਼ਰੂਰ ਸਾਡੇ ਨਾਲ ਸ਼ੇਅਰ ਕਰਨ ਕਿ ਜੇ ਉਹਨਾਂ ਨੇ ਕਿਤੇ ਭੂਤ ਵੇਖਿਆ, ਭੂਤ ਨੂੰ ਮਹਿਸੂਸ ਕੀਤਾ ਹੈ ਨਾ, ਤੇ ਆਪਾਂ ਨੈਕਸਟ ਵੀਕ ਇਸੇ ਟਾਈਮ ਤੇ ਫਿਰ ਆਪਾਂ ਇਹੋ ਸੈਸ਼ਨ ਰੱਖਾਂਗੇ ਔਰ ਸੇਮ ਟੌਪਿਕ ਦੇ ਨਾਲ। ਮੈਂ ਇੱਕ ਛੋਟਾ ਜਿਹਾ ਜ਼ਿਕਰ ਕਰਨਾ ਚਾਹਾਂਗਾ। ਮੇਰਾ ਦੋਸਤ ਇੱਥੇ ਸਾਡੇ ਸ਼ਾਹਕੋਟ ਏਰੀਏ ਦੇ ਵਿੱਚ ਕਾਫੀ ਤੱਤਾ ਤਰਕੀਬ ਲਗਾਓ, ਉਹ ਇਸ ਵੇਲੇ ਕੈਨੇਡਾ ਬ੍ਰੈਂਟਨ ਬੈਠਾ, ਉਹਨੇ ਸੁਣਨਾ ਹੈ ਪ੍ਰੋਗਰਾਮ ਇਹ, ਔਰ ਉਹ ਮੈਨੂੰ ਦੱਸ ਰਿਹਾ ਸੀ ਮੈਂ ਕਿਤੋਂ ਤਰਕਸ਼ੀਲ ਜਿਹੜਾ ਸੈਮੀਨਾਰ ਲਾ ਕੇ ਆ ਰਿਹਾ ਸੀ ਤੇ ਸ਼ਾਹਕੋਟ ਆਉਂਦਿਆਂ ਉਹਨੂੰ ਕਾਫੀ ਟਾਈਮ ਲੱਗ ਗਿਆ। ਸ਼ਾਹਕੋਟ ਪਹੁੰਚਦਿਆਂ ਉਹਨੂੰ ਕਾਫੀ ਟਾਈਮ ਲੱਗ ਗਿਆ ਔਰ ਇੱਥੋਂ ਉਹਨੂੰ ਕੁਝ ਮਿਲਿਆ ਨਾ। ਉਹਦਾ ਪਿੰਡ ਅੱਗੇ ਸੀ, ਕਾਫੀ ਬੇੜ ਏਰੀਏ ਦੇ ਵਿੱਚ, ਕਾਫੀ ਦੂਰ ਸੀ। ਰਾਤ ਨੂੰ ਉਹ ਜਾ ਰਿਹਾ ਤਰਕਸ਼ੀਲ ਸਮਾਗਮ ਤੋਂ ਆ ਰਿਹਾ ਔਰ ਉਹਨੇ ਦੇਖਿਆ ਕਿ ਅੱਗੇ ਉਹਨੇ ਦੇਖਿਆ ਹਵਾ ਵਗ ਰਹੀ ਆ ਔਰ ਦੋ ਜਿਹੜੀਆਂ ਲੇਡੀਜ਼ ਹੈ ਉਹਨਾਂ ਦੇ ਆਪਦੇ ਵਾਲ ਖੋਲੇ ਹੋਏ ਆ ਔਰ ਜ਼ੋਰ ਨਾਲ ਸਿਰ ਘੁਮਾ ਰਹੀਆਂ। ਮੈਂ ਤਾਂ ਰੁਕ ਗਿਆ ਵੀ ਇਹ ਕੀ ਵਰਤਾਰਾ ਹੈਗਾ। ਇਹ ਵਰਤਾਰਾ ਮੈਂ ਤਾਂ ਚੈਲੰਜ ਕਰਕੇ ਆਇਆ ਉਹਨਾਂ ਨੂੰ, ਭੂਤਾਂ ਪ੍ਰੇਤਾਂ ਨੂੰ, ਤੇ ਇਹ ਤਾਂ ਮੇਰੇ ਸਾਹਮਣੇ ਖੜੇ ਨੇ। ਕਹਿੰਦਾ ਮੈਂ ਇੱਕ ਵਾਰ ਲੂਕੰਡੇ ਖੜ ਗਿਆ ਮੇਰੇ, ਮੈਂ ਕਿਹਾ ਵੀ ਇਹ ਕੀ ਚੀਜ਼ ਹੈ। ਉਹ ਖੜਾ ਰਿਹਾ ਸੋਚਦਾ ਰਿਹਾ ਵੀ ਹੁਣ ਮੈਂ ਇਹਨਾਂ ਦੇ ਕੋਲ ਦੀ ਲੰਘਾ ਜਾਂ ਨਾ ਲੰਘਾ। ਅਚਾਨਕ ਹਵਾ ਨੇ ਆਪਦਾ ਰੁਖ ਬਦਲਿਆ ਤੇ ਉਹ ਜਿਹੜੇ ਵਾਲ ਸੀ ਉਹਨਾਂ ਦੇ ਦੂਸਰੇ ਪਾਸੇ ਨੂੰ ਹੋ ਗਏ। ਉਹਨੇ ਬੜੇ ਧਿਆਨ ਨਾਲ ਦੇਖਿਆ, ਉੱਤੇ ਕਿਤੇ ਬਿਜਲੀ ਲਿਸ਼ਕੀ ਹੋਣੀ, ਉਹਨੇ ਦੇਖਿਆ ਉਹ ਤਾਂ ਕਾਨਿਆਂ ਦੇ ਜਿਹੜੇ ਉਹ ਤੀਰ ਜਿਹੇ ਹੁੰਦੇ ਸੀ ਉਹ ਘੁੰਮ ਰਹੇ ਸੀ। ਉਹਨੂੰ ਲੱਗ ਰਿਹਾ ਸੀ ਵੀ ਇਹ ਸ਼ਾਇਦ ਕੋਈ ਭੂਤਾਂ ਪ੍ਰੇਤਾਂ। ਮਤਲਬ ਇਹ ਹੈ ਕਿ ਵੀ ਮਨੁੱਖ ਜਿਹੜਾ ਬੰਦਾ ਇਸ ਚੀਜ਼ ਨੂੰ ਨਹੀਂ ਮੰਨਦਾ ਔਰ ਪੱਕ ਨਹੀਂ ਹੋਇਆ, ਉਸ ਬੰਦੇ ਨੂੰ ਪੋਜ਼ਿਟਿਵ ਵਾਲੀ ਸਾਈਡ ਲਿਆਉਣ ਦੀ ਬਜਾਏ ਇਹ ਜਿਹੜਾ ਆਲੇ ਦੁਆਲੇ ਦਾ ਵਰਤਾਰਾ ਵਾ ਉਹ ਨੈਗੇਟਿਵ ਵੱਲ ਲੈ ਕੇ ਜਾਂਦਾ। ਉਹ ਬੰਦਾ ਹੁਣ ਬਿਲਕੁਲ ਜਿਹਦੇ ਸਮਾਗਮ ਤੋਂ ਆ ਰਿਹਾ ਸੀ ਔਰ ਉਹਨੂੰ ਅੱਗੇ ਭੂਤ ਖੜੇ ਮਿਲੇ ਔਰ ਜੇ ਉਹ ਕਿਤੇ ਵਾਪਸ ਮੁੜੇਗਾ ਤੇ ਉਹਦਾ ਪੱਕਾ ਹੋ ਜਾਣਾ ਸੀਗਾ ਵੀ ਹਾਂ ਜੀ ਭੂਤ ਹੁੰਦੇ ਆ। ਹਾਂਜੀ ਮੈਂ ਤੁਹਾਡੇ ਦੋਨਾਂ ਕੋਲੋਂ ਮਾਫੀ ਚਾਹੁੰਦੀ ਹਾਂ ਕਿ ਸਾਨੂੰ ਅੱਜ ਜਿਹੜਾ ਇਹ ਪ੍ਰੋਗਰਾਮ ਹੈ 15 ਕੁ ਮਿੰਟ ਪਹਿਲਾਂ ਖਤਮ ਕਰਨਾ ਪੈਣਾ ਤਾਂ ਕਿ ਸਾਡੇ ਜਿਹੜੇ ਦੂਸਰੇ ਮਹਿਮਾਨ ਨੇ ਉਹਨਾਂ ਨੂੰ ਅਸੀਂ ਸਮਾਂ ਦੇ ਸਕੀਏ। ਬਟ ਅਗਲੇ ਹਫਤੇ ਤੁਸੀਂ ਆਪਣੀ ਅਵੇਲੇਬਿਲਿਟੀ ਜ਼ਰੂਰ ਦੱਸਣਾ ਤਾਂ ਕਿ ਅਸੀਂ ਸੇਮ ਹੀ ਟੌਪਿਕ ਤੇ ਅਗਲੇ ਹਫਤੇ ਫਿਰ ਗੱਲ ਕਰ ਸਕੀਏ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਾਫ ਕਰਨਾ ਸਰੋਤਿਓ, ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਇਹ ਸਾਨੂੰ 15 ਮਿੰਟ ਪਹਿਲਾਂ ਖਤਮ ਕਰਨਾ ਪਿਆ। ਬਟ ਮੈਂ ਆਮ ਨੋਟ ਗੋਇੰਗ ਅਵੇ। ਮੈਂ ਇੱਕ ਬ੍ਰੇਕ ਤੋਂ ਬਾਅਦ ਯਾਨੀ ਕਿ ਬਸ ਇਹ ਵਾਲੀ ਸਟ੍ਰੀਮ ਫਿਨਿਸ਼ ਕਰਕੇ ਦੂਸਰੀ ਸਟ੍ਰੀਮ ਸ਼ੁਰੂ ਕਰਾਂਗੀ ਤੇ ਤੁਸੀਂ ਉਹਦੇ ਵਿੱਚ ਵੀ ਮੇਰੇ ਨਾਲ ਜ਼ਰੂਰ ਸਾਥ ਨਿਭਾਇਓ। ਤੇ ਹੁਣ ਤੁਸੀਂ ਜਰਾ ਸੁਣਦੇ ਰਹੋ ਜੀ ਸਾਂਝੀ ਆਵਾਜ਼ ਰੇਡੀਓ, ਆਵਾਜ਼ ਦਿਲਾਂ ਦੀ। ਮੈਨੂੰ ਲੱਗਦਾ ਕਿ ਬਹੁਤੇ ਪ੍ਰੋਗਰਾਮ ਕਰ ਕਰਕੇ ਮੇਰਾ ਨਾ ਦਿਮਾਗ ਜਿਹੜਾ ਉਹ ਘੁੰਮ ਗਿਆ ਹੋਇਆ ਤੇ ਮੈਨੂੰ ਅੱਜ ਟਾਈਮ ਦੀ ਜਿਹੜਾ ਉਹ ਥੋੜੀ ਜਿਹੀ ਗਲਤੀ ਲੱਗ ਗਈ ਹੈ ਤੇ ਦੂਸਰੇ ਮਹਿਮਾਨ ਦੇ ਨਾਲ ਬਹੁਤ ਜਲਦੀ ਹਾਜ਼ਰ ਹੁੰਦੇ ਹਾਂ।